ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਆਵਾਜ਼ੇ ਵਤਨ ਪ੍ਰੋਗਰਾਮ ਵਿੱਚ ਤੁਹਾਡਾ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਹੈ। ਚੈਨਲ 43 ਦੇ ਉੱਪਰ ਸਵੇਰੇ 7:30 ਵਜੇ ਅਤੇ ਫਰਾਈਡੇ ਸ਼ਾਮ ਨੂੰ ਇਸੇ ਚੈਨਲ 43 ਦੇ ਉੱਪਰ 8 ਤੋਂ 8:30 ਵਜੇ ਤੱਕ ਇਹ ਪ੍ਰੋਗਰਾਮ ਤੁਸੀਂ ਸਾਡੇ ਨਾਲ ਦੇਖਦੇ ਹੋ। ਪਿਛਲੇ 18 ਸਾਲ ਤੋਂ ਸੈਂਟਰਲ ਵੈਲੀ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕ ਸੱਚ ਦੀ ਆਵਾਜ਼ ਨੂੰ ਤੁਹਾਡੇ ਘਰਾਂ ਤੱਕ ਅਸੀਂ ਪਹੁੰਚਾਉਂਦੇ ਹਾਂ। ਅੱਜ ਦਾ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਅਹਿਮ ਹੈ, ਖਾਸ ਹੈ। ਸਾਡੀ ਵੈਲੀ ਦੇ ਵਿੱਚ ਉੱਘੇ ਸਿੱਖ ਵਿਦਵਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਪਹੁੰਚੇ ਹੋਏ ਹਨ। ਉਹਨਾਂ ਦੇ ਪ੍ਰੋਗਰਾਮ ਵੈਲੀ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਹੋ ਰਹੇ ਹਨ, ਜਿੱਥੇ ਹੁਮ-ਹੁਮਾ ਕੇ ਸੰਗਤ ਤੇ ਉਹਨਾਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਪ੍ਰਬੰਧਕ ਉਹਨਾਂ ਨੂੰ ਸਹਿਯੋਗ ਦੇ ਰਹੇ ਹਨ। ਪਰ ਕੁਝ ਇੱਕ ਵੀਰ ਹਨ ਜਿਹੜੇ ਬਹੁਤ ਸਾਰੇ ਸਵਾਲ ਕਰਦੇ ਹਨ ਜਾਂ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਉਹ ਯਤਨ ਕਰਦੇ ਹਨ। ਸੋ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਸਾਡਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਸਾਫ਼-ਸਾਫ਼ ਆਮ ਬੋਲੀ ਦੇ ਵਿੱਚ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਨਾਲ ਗੱਲਬਾਤ ਕਰੀਏ। ਜਿਹੜੇ ਸਵਾਲ ਸਾਡੇ ਕੰਨਾਂ ਦੇ ਵਿੱਚ ਪਏ ਹਨ ਉਹ ਉਹਨਾਂ ਤੱਕ ਅਸੀਂ ਪਹੁੰਚਾਈਏ ਤੇ ਉਹਨਾਂ ਦੇ ਜਵਾਬ ਅਸੀਂ ਉਹਨਾਂ ਕੋਲੋਂ ਅੱਜ ਲੈ ਕੇ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਸੋ ਆਓ ਅੱਜ ਦੇ ਪ੍ਰੋਗਰਾਮ ਵਿੱਚ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਨੂੰ ਆਪਾਂ ਜੀ ਆਇਆਂ ਆਖਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਜਦੋਂ ਤੋਂ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਨੇ ਤੁਹਾਨੂੰ ਪੰਥ ਦੇ ਵਿੱਚੋਂ ਬਾਹਰ ਕੀਤਾ ਹੈ, ਤੁਸੀਂ ਵੱਖ-ਵੱਖ ਸਟੇਜਸ ਦੇ ਉੱਪਰ ਪ੍ਰੈਸ ਦੇ ਜ਼ਰੀਏ ਟੀਵੀ ਦੇ ਜ਼ਰੀਏ ਆਪਣਾ ਸਪਸ਼ਟੀਕਰਨ ਦਿੰਦੇ ਆ ਰਹੇ ਹੋ। ਅੱਜ ਅਸੀਂ ਇਸ ਵੈਲੀ ਦੇ ਲੋਕਾਂ ਤੱਕ, ਸੰਗਤ ਤੱਕ ਤੁਹਾਡਾ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ। ਜਿਹੜੀ ਆਮ ਇੱਕ ਇੱਥੇ ਜਿਸ ਦਾ ਵਿਰੋਧ ਉਹ ਲੋਕ ਕਰਦੇ ਹਨ, ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਉਹ ਇਹ ਕਹਿੰਦੇ ਹਨ ਕਿ ਤੁਸੀਂ ਜਿਹੜੀਆਂ ਨਿਤਨੇਮ ਦੀਆਂ 5 ਬਾਣੀਆਂ ਹਨ ਉਹਨਾਂ ਦੇ ਉੱਪਰ ਕਿੰਤੂ ਪ੍ਰੰਤੂ ਕਰਦੇ ਹੋ। ਇਸ ਵਿੱਚ ਸੱਚ ਕੀ ਹੈ, ਇਸ ਬਾਰੇ ਆਪਣਾ ਜਵਾਬ ਦਿਓ ਜੀ। ਪਹਿਲੀ ਤਾਂ ਮੈਂ ਇੱਕ ਬੇਨਤੀ ਕਰਾਂ, ਤੁਹਾਡੇ ਇੱਕ ਲਫ਼ਜ਼ ਨੇ ਬਹੁਤ ਸਾਰੇ ਗੱਲਾਂ ਦਾ ਜਵਾਬ ਆਪਣੇ ਆਪ ਵਿੱਚ ਸਮੋ ਕੇ ਰੱਖਿਆ ਹੋਇਆ ਹੈ। ਉਹ ਤੁਸੀਂ ਪਹਿਲਾਂ ਹੀ ਇੱਕ ਲਫ਼ਜ਼ ਵਰਤਿਆ ਹੈ ਕਿ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਨੇ, ਜਿਨ੍ਹਾਂ ਜੇ ਉਹ ਅਖੌਤੀ ਜਥੇਦਾਰ ਨੇ ਤਾਂ ਨਾਲ ਅਗਲੇ ਪਾਸੇ ਤੁਸੀਂ ਲਫ਼ਜ਼ ਵਰਤਿਆ ਹੈ ਪੰਥ ਵਿੱਚੋਂ ਬਾਹਰ ਕੀਤਾ ਹੋਇਆ। ਉਹ ਫਿਰ ਪੰਥ ਵੀ ਕਿਹੜਾ ਹੋਇਆ ਜਿਹੜਾ ਅਖੌਤੀ ਜਥੇਦਾਰਾਂ ਨਾਲ ਸੰਬੰਧਿਤ ਹੈ? ਇਸ ਦਾ ਮਤਲਬ ਉਹ ਅਖੌਤੀ ਪੰਥ ਵਿੱਚੋਂ ਹੀ ਬਾਹਰ ਕੱਢ ਸਕਦੇ ਨੇ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਥ ਹੈ ਉਹ ਅਖੌਤੀ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖਾਲਸਾ ਜਿਹੜਾ ਹੈ ਉਹ ਅਸਲ ਖਾਲਸਾ ਹੈ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ, ਉਹ ਕਿਵੇਂ ਸਿੱਖ ਅਖਵਾ ਸਕਦਾ ਹੈ? ਉਹ ਕਿਵੇਂ ਖਾਲਸਾ ਅਖਵਾ ਸਕਦਾ ਹੈ? ਉਹ ਕਿਵੇਂ ਪੰਥ ਅਖਵਾ ਸਕਦਾ ਹੈ? ਇਸ ਲਈ ਦੋ ਲਫ਼ਜ਼ਾਂ ਨੂੰ ਇਕੱਠੇ ਕਰਨ ਦੀ ਲੋੜ ਹੈ। ਅਖੌਤੀ ਜਥੇਦਾਰ ਅਖੌਤੀ ਪੰਥ ਵਿੱਚੋਂ ਹੀ ਬਾਹਰ ਕਰ ਸਕਦੇ ਨੇ। ਸੱਚਾ ਅਕਾਲ ਤਖਤ ਜਿਹੜਾ ਹੈ ਉਹ ਨਾ ਕਿਸੇ ਨੂੰ ਇਹ ਵਿਅਕਤੀ ਨੂੰ ਪਛਾਣ ਕੇ ਉਹਦੇ ਜੀਵਨ ਦੀ ਜ਼ਮੀਰ ਦੀ ਹਰ ਇੱਕ ਗੱਲ ਨੂੰ ਪਛਾਣ ਕੇ ਫੈਸਲਾ ਕਰਦਾ। ਇਸ ਲਈ ਸੱਚੇ ਸਤਿਗੁਰੂ ਨੇ, ਅਕਾਲ ਪੁਰਖ ਨੇ, ਅਕਾਲ ਤਖਤ ਨੇ ਮੈਨੂੰ ਕਿਸੇ ਪੰਥ ਵਿੱਚੋਂ ਬਾਹਰ ਨਹੀਂ ਕੱਢਿਆ। ਆ ਸਾਰਾ ਪੰਥ ਜਿਹੜਾ ਤੁਸੀਂ ਹੁਣੇ ਲਫ਼ਜ਼ ਵਰਤੇ ਨੇ, ਸਹਿਯੋਗ ਦੇ ਰਹੇ ਨੇ, ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ। ਇਸ ਲਈ ਸਾਰਾ ਪੰਥ ਮੈਨੂੰ ਉਵੇਂ ਪਿਆਰ ਦੇ ਰਿਹਾ, ਉਵੇਂ ਸਤਿਕਾਰ ਦੇ ਰਿਹਾ, ਉਵੇਂ ਗੁਰੂ ਦੀ ਗੱਲ ਸਮਝ ਕੇ ਸੁਣ ਰਿਹਾ, ਹਿਰਦੇ ਵਿੱਚ ਵਸਾ ਰਿਹਾ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਖੌਤੀ ਲੋਕਾਂ ਦੇ ਅਖੌਤੀ ਫੈਸਲੇ ਜਿਹੜੇ ਨੇ ਉਹ ਮੇਰੇ ਤੇ ਲਾਗੂ ਨਹੀਂ। ਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਜਿਹੜਾ ਕਿੰਤੂ ਪ੍ਰੰਤੂ ਕੀਤਾ ਜਾਂਦਾ, ਇਹ ਗੱਲ ਮੈਂ ਇੱਕ ਵਾਰ ਨਹੀਂ, ਕਈ ਵਾਰੀ ਮਨੁੱਖ ਕੋਲ ਕੋਈ ਹੋਰ ਸਵਾਲ ਨਾ ਹੋਵੇ ਨਾ, ਲਾਜਵਾਬ ਹੋ ਜਾਏ, ਫਿਰ ਉਹ ਇੱਕੋ ਗੱਲ ਨੂੰ ਰਿਪੀਟ ਕਰਦਾ ਹੈ ਤੇ ਇੱਕ ਮੁਹਾਵਰੇ ਨਾਲ ਸੋਚ ਕੇ ਰਿਪੀਟ ਕਰਦਾ ਹੈ ਵੀ 100 ਵਾਰ ਝੂਠ ਬੋਲਾਂਗੇ ਤੇ ਖੌਰੇ ਸੱਚ ਹੋ ਜਾਏਗਾ। ਇਸ ਕਿਸਮ ਦੇ ਮੈਨੂੰ ਹਾਲਾਤ ਨਜ਼ਰ ਆਉਂਦੇ ਨੇ। ਇਹ ਲਗਾਤਾਰ ਲਿਖਤੀ ਰੂਪ ਵਿੱਚ ਵੀ ਆ ਚੁੱਕਾ ਹੈ। ਈਵਨ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਜਿਹੜਾ ਮੈਂ ਸਪਸ਼ਟੀਕਰਨ ਜਥੇਦਾਰ ਨੂੰ ਭੇਜਿਆ, ਉਹਦੇ ਵਿੱਚ ਵੀ ਬਕਾਇਦਾ ਇਹ ਚਿੱਠੀ ਲਿਖੀ ਹੋਈ ਹੈ, ਲਿਖਤੀ ਰੂਪ ਵਿੱਚ 2-3 ਥਾਵਾਂ ਤੇ ਆਇਆ ਹੋਇਆ ਹੈ ਕਿ ਨਿਤਨੇਮ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਫੈਸਲਾ ਨਾ ਮੇਰਾ ਹੈ, ਨਾ ਕਿਸੇ ਧੜੇ ਦਾ ਹੈ, ਨਾ ਕਿਸੇ ਡੇਰੇ ਦਾ ਹੈ, ਨਾ ਕਿਸੇ ਟਕਸਾਲ ਦਾ ਹੈ, ਬਲਕਿ ਮੇਰੀ ਮਾਨਤਾ ਇਸੇ ਲਈ ਹੈ ਕਿ ਮੈਂ ਉਹਨੂੰ ਕਿਸੇ ਧੜੇ ਦਾ ਨਹੀਂ ਸਮਝ ਰਿਹਾ। ਧੜਿਆਂ ਵਾਲੇ ਤਾਂ ਡੇਰਿਆਂ ਵਾਲੇ ਕੋਲ ਉਹ ਮੇਰੇ ਤੇ ਸਵਾਲ ਕਰਦੇ ਨੇ, ਮੈਂ ਪੁੱਛਦਾ ਟਕਸਾਲ ਵਾਲੇ ਨੇ, ਅਖੰਡ ਕੀਰਤਨ ਜਥੇ ਵਾਲੇ ਨੇ,
ਇਹ ਅਕਾਲ ਤਖਤ ਦੇ ਉਸ ਫੈਸਲੇ ਨੂੰ ਮੰਨਦੇ ਨੇ ਕਿ ਜੋ ਰਹਿਤ ਮਰਿਆਦਾ 'ਚ ਲਿਖਿਆ ਹੋਇਆ? ਇਹ ਨਹੀਂ ਮੰਨਦੇ, ਬਿਲਕੁਲ ਨਹੀਂ ਮੰਨਦੇ, ਇਹ ਨਹੀਂ ਮੰਨ ਰਹੇ। ਸੋ ਤੁਹਾਡਾ ਕੋਈ ਕਿੰਤੂ ਪ੍ਰੰਤੂ ਨਹੀਂ ਹੈ, ਤੁਸੀਂ ਸਪਸ਼ਟੀਕਰਨ ਦੇ ਚੁੱਕੇ ਹੋ। ਤੁਸੀਂ ਕਿਉਂਕਿ ਮੇਰੇ ਕੋਲ ਸਪਸ਼ਟ ਮੰਗਿਆ, ਮੈਂ ਹੋਰ ਸਪਸ਼ਟੀਕਰਨ ਦੇਣਾ ਚਾਹੁੰਦਾ, ਕਿਉਂਕਿ ਇਹ ਫੈਸਲਾ ਹੈ ਪੰਥਕ ਵਿਦਵਾਨਾਂ ਦਾ 14 ਸਾਲ ਲਾ ਕੇ ਕੀਤਾ ਹੋਇਆ ਫੈਸਲਾ। ਉਹ 14 ਸਾਲ ਇਸ ਵੀ ਲੱਗੇ ਕਿਉਂਕਿ ਉਦੋਂ ਇੰਨੇ ਸਾਧਨ ਨਹੀਂ ਸਨ ਅੱਜ ਵਾਲੇ, ਪਰ ਕੀਤਾ ਫੈਸਲਾ। ਮੇਰਾ ਫਰਜ਼ ਹੈ ਮੈਂ ਉਹਦੇ ਅੱਗੇ ਸਿਰ ਝੁਕਾ ਕੇ ਰੱਖਾਂ, ਇਸ ਲਈ ਮੈਂ ਨਿਤਨੇਮ ਦੀਆਂ ਰਚਨਾਵਾਂ ਦਾ ਵਿਰੋਧੀ ਨਹੀਂ, ਬੜਾ ਸਪਸ਼ਟ ਹਾਂ, ਵਿਰੋਧੀ ਨਹੀਂ। ਧੰਨਵਾਦ ਸਿੰਘ ਸਾਹਿਬ। ਦੂਸਰੀ ਜਿਹੜੀ ਗੱਲ ਆਮ ਸੁਣਨ ਵਿੱਚ ਇੱਥੇ ਪ੍ਰਚਾਰੀ ਜਾਂਦੀ ਹੈ ਵਾਰ-ਵਾਰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਏ, ਜਦ ਕਿ ਤੁਸੀਂ ਇਸ ਤੋਂ ਪਹਿਲਾਂ ਜਵਾਬ ਦਿਓ, ਉਸ ਦੀਆਂ ਤਸਵੀਰਾਂ ਤੇ ਮੀਡੀਆ ਦੇ ਵਿੱਚ ਅਸੀਂ ਵੀ ਉਹ ਫੁਟੇਜ ਦਿਖਾ ਚੁੱਕੇ ਹਾਂ ਕਿ ਤੁਸੀਂ ਉੱਥੇ ਪੇਸ਼ ਹੋਏ। ਸੋ ਉਹਨਾਂ ਲੋਕਾਂ ਦਾ ਕੀ ਭਾਵ ਹੈ ਕਿ ਤੁਸੀਂ ਪੇਸ਼ ਨਹੀਂ ਹੋਏ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਲਾਈਨ ਪੜਾਂਗਾ। ਸਤਿਗੁਰੂ ਕਹਿੰਦੇ ਨੇ ਕਈ ਵਾਰ ਐਸੇ ਲੋਕ ਵੀ ਸਾਹਮਣੇ ਆਉਂਦੇ ਨੇ ਜਿਨ੍ਹਾਂ ਬਾਰੇ ਕਹਿੰਦੇ ਨੇ ਪੇਖਤ ਚਾਖਤ ਕਈਅਤ ਅੰਧਾ ਸੁਨੀਅਤ ਸੁਣੀਏ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹ ਕਈ ਵਾਰੀ ਵੇਖਦਿਆਂ ਚਾਖਦਿਆਂ ਵੀ ਮਨੁੱਖ ਅੱਖਾਂ ਬੰਦ ਕਰਕੇ ਅੰਧਾ ਹੋ ਜਾਂਦਾ ਹੈ। ਜੇ ਤੁਸੀਂ ਵੀ ਆਪਣੀ ਜ਼ਬਾਨੋਂ ਇਹ ਕਹਿ ਰਹੇ ਹੋ ਕਿ ਫੋਟੋਆਂ ਛਪੀਆਂ ਮੀਡੀਆ ਵਿੱਚ ਆਈਆਂ, ਮੇਰੇ ਕੋਲ ਫੋਟੋਆਂ ਮੌਜੂਦ ਨੇ, ਮੈਂ ਆਪਣੇ ਲੈਪਟਾਪ ਦੇ ਸਕਰੀਨ ਸੇਵਰ ਤੇ ਉੱਪਰ ਉਹ ਫੋਟੋਆਂ ਪਾਈਆਂ ਹੋਈਆਂ ਨੇ ਇਸੇ ਲਈ ਤਾਂ ਕਿ ਜਿੱਥੇ ਮਰਜ਼ੀ ਲੋਕ ਦੇਖ ਸਕਣ। ਅਜੀਬ ਘਟਨਾ, ਦੁੱਖ ਤਾਂ ਇਸ ਗੱਲ ਦਾ ਹੈ ਕਿ ਸਭ ਕੁਝ ਵੇਖ ਕੇ ਅੱਧੇ ਘੰਟੇ ਬਾਅਦ ਆਪਣੇ ਆਪ ਨੂੰ ਜਥੇਦਾਰ ਅਖਵਾਉਣ ਵਾਲੇ ਆਪਣੀ ਜ਼ਿੰਮੇਵਾਰੀ ਤੇ ਸੱਚ ਦਾ ਪਹਿਰਾ ਛੱਡ ਕੇ ਉਸੇ ਅਸਥਾਨ ਤੇ ਆ ਕੇ ਝੂਠ ਬੋਲਣ, ਨੰਗਾ ਚਿੱਟਾ ਝੂਠ ਜਿਹੜਾ ਗੁਰੂ ਦਰਬਾਰ ਵਿੱਚ ਜੱਚਦਾ ਨਹੀਂ, ਗੁਰੂ ਨਾਲ ਸੰਬੰਧਿਤ ਕਿਸੇ ਨਾਮ ਦੇ ਨਾਲ ਸ਼ੋਭਦਾ ਨਹੀਂ, ਉੱਥੇ ਆ ਕੇ ਆਖਣ ਜੀ ਅਸੀਂ 1 ਘੰਟਾ ਉੱਥੇ ਬੈਠੇ ਉਡੀਕਦੇ ਰਹੇ, ਉੱਥੇ ਅਕਾਲ ਤਖਤ ਤੇ ਆਇਆ ਨਹੀਂ। ਔਰ ਮੈਂ ਸਮਝਦਾ ਕਿਸੇ ਹੱਦ ਤੱਕ ਉਹਨਾਂ ਕੋਲੋਂ ਇਹ ਝੂਠ ਮੇਰੇ ਮਾਲਕ ਨੂੰ ਖੋਰੇ, ਉਹਨਾਂ ਦੀ ਅਸਲੀਅਤ ਬਾਹਰ ਆਉਣੀ ਸੀ, ਬੁਲਾਇਆ, ਉਹਦਾ ਹੀ ਨਤੀਜਾ ਇਹ ਨਿਕਲਿਆ ਅੱਜ ਸਾਰਾ ਪੰਥ ਨਾਲ ਖੜਾ ਹੈ। ਉਹ ਵੇਖਦੇ ਨੇ ਵੀ ਝੂਠ ਬੋਲਣ ਵਾਲੇ ਅਕਾਲ ਤਖਤ ਤੇ ਖਲੋ ਕੇ ਝੂਠ ਬੋਲਣ ਵਾਲੇ ਕਿੰਨਾ ਕੁ ਸੱਚ ਦਾ ਪਹਿਰਾ ਦੇ ਸਕਦੇ। ਪ੍ਰੋਫੈਸਰ ਸਾਹਿਬ, ਦੂਸਰੀ ਜਿਹੜੀ ਇਹ ਲੋਕ ਵੀਰ ਗੱਲ ਕਰਦੇ ਆ ਅਕਸਰ, ਇਹ ਕਹਿੰਦੇ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਗਏ ਪਰ ਜਥੇਦਾਰਾਂ ਦੇ ਦਫ਼ਤਰ ਦੇ ਵਿੱਚ ਜਾਂ ਸਕੱਤਰੇਤ ਦੇ ਵਿੱਚ ਜਾਂ ਜੱਜ ਜਿੱਥੇ ਬੈਠਦਾ ਉੱਥੇ ਤੁਸੀਂ ਨਹੀਂ ਗਏ ਹੈ, ਤੇ ਆਪਣੇ ਸਮੇਂ ਦੇ ਵਿੱਚ ਤੁਸੀਂ ਇੰਜ ਹੀ ਕਰਦੇ ਰਹੇ ਹੋ। ਇਸ ਬਾਰੇ ਤੁਸੀਂ ਕੀ ਸਪਸ਼ਟੀਕਰਨ ਦਿਓ? ਇਸ ਬਾਰੇ ਵੀ ਬੜੇ ਸਪਸ਼ਟੀਕਰਨ ਹੈ। ਪਹਿਲਾਂ ਤਾਂ ਇਹ ਕਿ ਉਹ ਚਿੱਠੀ ਇਸ ਗੱਲ ਦੀ ਸਪਸ਼ਟੀਕਰਨ ਹੈ ਜਿਹੜੀ ਇਹਨਾਂ ਨੇ ਪਹਿਲਾਂ ਮੈਨੂੰ ਪਾਈ, ਉਹਦੇ 'ਚ ਲਿਖਿਆ ਹੈ ਅਕਾਲ ਤਖਤ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦਿਓ। ਉੱਥੇ ਇਹ ਨਹੀਂ ਲਿਖਿਆ ਕਿ ਜਥੇਦਾਰਾਂ ਦੇ ਪੇਸ਼ ਹੋ ਕੇ ਜਾਂ ਇਹਨਾਂ ਦੇ ਕਿਸੇ ਪ੍ਰਾਈਵੇਟ ਬੰਦ ਕਮਰਿਆਂ ਵਿੱਚ ਪੇਸ਼ ਹੋ ਕੇ। ਔਰ ਆਪਣੀ ਜ਼ਬਾਨੋਂ ਇਹ ਮੰਨੇ ਨੇ, ਮੈਨੂੰ ਇਹ ਕਹਿੰਦੇ ਨੇ ਨਾ ਇਹ ਆਪਣੇ ਟਾਈਮ ਤੇ ਕਰਦੇ ਰਹੇ, ਆਪਣੀ ਜ਼ਬਾਨੋਂ ਇਹਨਾਂ ਦਾ ਬਿਆਨ ਹੈ ਕਿ ਅਸੀਂ 8-10 ਸਾਲ ਤੋਂ ਇਹ ਨਵੀਂ ਮਰਿਆਦਾ ਕਾਇਮ ਕੀਤੀ ਹੈ। ਔਰ 10 ਸਾਲ ਤੋਂ ਹੀ ਇਹ ਮਰਿਆਦਾ ਜਦੋਂ ਦੀ ਕਾਇਮ ਹੋਈ ਉਦੋਂ ਦੀ ਕਰਪਸ਼ਨ ਸ਼ੁਰੂ ਹੋਈ ਹੈ, ਕਿਉਂਕਿ ਬੰਦ ਕਮਰਿਆਂ ਵਿੱਚ 2 ਚੀਜ਼ਾਂ ਦੇ ਇਹਨੂੰ ਸਹੂਲਤ ਹੁੰਦੀ ਹੈ। ਇੱਕ ਤੇ ਕੋਈ ਵੇਖਦਾ ਨਹੀਂ, ਜੋ ਮਰਜ਼ੀ ਉੱਥੇ ਤੈਅ ਕਰਨ, ਜੋ ਮਰਜ਼ੀ ਫੈਸਲਾ ਕਰਨ। ਦੂਜਾ ਇਹ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਕਮਰੇ 'ਚ ਪ੍ਰਕਾਸ਼ ਨਹੀਂ ਹੁੰਦਾ ਜਿੱਥੇ ਬੈਠ ਕੇ ਫੈਸਲਾ ਕਰਦੇ ਨੇ। ਉਹ ਗੁਰੂ ਦਾ ਡਰ ਭੈ ਵੀ ਦਿਮਾਗ 'ਚੋਂ ਉਤਰਿਆ ਹੁੰਦਾ। ਸੋ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ। ਸੱਚੇ ਦਾ ਅਕਾਲ ਤਖਤ ਜਿਹੜਾ ਸੀ, ਸ਼ਬਦ ਪਵਿੱਤਰ ਸ਼ਬਦ ਜਿਹੜਾ ਸੀ, ਉਹਦੀ ਦੁਰਵਰਤੋਂ ਕਰਕੇ ਇੱਕ ਪ੍ਰਾਈਵੇਟ ਬੰਦ ਕਮਰੇ ਵਿੱਚ ਕਰਪਸ਼ਨ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ। ਜਿਹੜੀ ਗੱਲ ਮੈਨੂੰ ਪਰਵਾਹ ਨਹੀਂ, ਮੈਂ ਕਹਿੰਦਾ ਕੌਮੀ ਫੈਸਲਾ ਹੈ, ਕੌਮੀ ਮਸਲਾ ਹੈ, ਕਿਉਂ ਨਾ ਕੌਮ ਦੇ ਸਾਹਮਣੇ ਆਵੇ। ਆਓ ਵੀ ਜੋ ਤੁਹਾਡੇ ਤੇ ਸਵਾਲ, ਤੁਹਾਡੇ ਮਨਾਂ ਵਿੱਚ ਸਵਾਲ ਹੈ ਮੇਰੇ ਤੇ ਕਰੋ, ਜੋ ਮੇਰੇ ਕੋਲ ਸਵਾਲ ਨੇ ਤੁਸੀਂ ਸੁਣੋ, ਅਸੀਂ ਇੱਕ ਦੂਜੇ ਨੂੰ ਸਪਸ਼ਟ ਕਰੀਏ, ਲੋਕ ਵੇਖ ਲੈਣ, ਸੰਗਤ ਦੇ ਸਾਹਮਣੇ ਸੱਚਾਈ ਆ ਜਾਏ। ਇਸੇ ਲਈ ਜਦੋਂ ਤੁਸੀਂ ਮੈਨੂੰ ਅਕਾਲ ਤਖਤ ਤੇ ਬੁਲਾਇਆ, ਮੈਂ ਅਕਾਲ ਤਖਤ ਤੇ ਹਾਜ਼ਰ ਹੋਇਆ, 1.5 ਘੰਟਾ ਇੰਤਜ਼ਾਰ ਕਰਦਾ ਰਿਹਾ। ਔਰ ਇਸ ਗੱਲ ਦੀ ਗਵਾਹੀ ਇੱਕ ਨਹੀਂ, ਹਜ਼ਾਰਾਂ ਆਦਮੀ ਨੇ ਜਿਨ੍ਹਾਂ ਦੇ ਸਾਹਮਣੇ ਲੋਕ ਗਏ ਨੇ, ਅੰਦਰ ਜਾ ਕੇ ਲੀਡਰਾਂ ਨੇ ਬੇਨਤੀਆਂ ਕੀਤੀਆਂ ਨੇ ਕਿ ਬਾਹਰ ਆਇਆ ਬੈਠਾ ਹੈ ਪ੍ਰੋਫੈਸਰ ਦਰਸ਼ਨ ਸਿੰਘ ਚਾਲਕ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੁਹਾਡੇ ਨਾਲ ਸੀ? ਟਾਸਕ ਫੋਰਸ ਨਾਲ ਹੈ, ਈਵਨ ਸੈਕਟਰੀ ਨਾਲ ਹੈ। ਦਲਮੇਘ ਸਿੰਘ ਆਪ ਅੰਦਰ ਗਿਆ ਹੈ, ਉਹਨੇ ਜਾ ਕੇ ਬੇਨਤੀ ਕੀਤੀ ਹੈ ਵੀ ਚਲੋ ਬਾਹਰ ਵੀ ਬੈਠੇ ਨੇ, ਗੱਲ ਕਰੋ। ਐਡਵੋਕੇਟ ਅਮਰਿੰਦਰ ਸਿੰਘ, ਮੇਰੇ ਖਿਆਲ ਨਾਲ ਯਾਦਵਿੰਦਰ ਸਿੰਘ ਕਰਕੇ, ਉਹ ਵਿਚਾਰਾ ਸੱਜਣ ਅੰਦਰ ਗਿਆ, ਉਹਨੇ ਜਾ ਕੇ ਬੇਨਤੀ ਕੀਤੀ ਹੈ। ਯਾਨੀ ਇਕਬਾਲ ਸਿੰਘ ਪੁਰਾਣੇ ਪਹਿਲੇ ਆਪਣੇ
ਦਮਦਮਾ ਸਾਹਿਬ ਦੇ ਜਥੇਦਾਰ ਰਹੇ ਨੇ, ਉਹ ਅੰਦਰ ਗਏ ਨੇ। ਸਰਨਾ ਆਪਣੇ ਰਣਜੀਤ ਸਿੰਘ ਸਰਨਾ ਦਿੱਲੀ ਵਾਲੇ, ਉਹ ਅੰਦਰ, ਇੱਕ ਨਹੀਂ ਅਨੇਕਾਂ ਗਏ ਨੇ। ਔਰ ਇਹਨਾਂ ਨੇ ਬਾਹਰ ਆ ਕੇ ਸੰਗਤ ਦੇ ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ ਕੀਤੀ। ਸੋ ਸਾਡੇ ਲਈ ਅਕਾਲ ਤਖਤ ਤੇ ਪੇਸ਼ ਹੋਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੇਸ਼ ਹੋਣਾ ਹੈ ਕਿ ਅਕਾਲ ਤਖਤ ਸਾਹਿਬ ਤੇ ਇੱਕ ਸੇਵਾਦਾਰ ਦੇ ਰੂਪ ਵਿੱਚ, ਜੋ ਸੇਵਾਦਾਰ ਦੇ ਰੂਪ ਦੇ ਵਿੱਚ ਵੀਰ ਬੈਠਾ ਹੈ, ਜਿਸ ਨੂੰ ਅਸੀਂ ਜਥੇਦਾਰ ਆਖਦੇ ਹਾਂ, ਕੀ ਉਹ ਜੱਜ ਹੋ ਕੇ ਫੈਸਲਾ ਦੇ ਸਕਦਾ, ਜਾਂ ਸਾਡਾ ਜੱਜ ਕੌਣ ਆ ਫਿਰ? ਮੈਂ ਕਹਿੰਦਾ ਜੀ ਜੱਜ ਹੋਵੇ ਵੀ, ਲੇਕਿਨ ਇੱਕ ਗੱਲ ਬੜੀ ਡੀਪਲੀ ਸਮਝਣ ਵਾਲੀ ਹੈ। ਜੱਜ ਦਾ ਆਪਣਾ ਕੋਈ ਫੈਸਲਾ ਨਹੀਂ ਹੁੰਦਾ। ਜੱਜ ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਦਾ। ਸੰਵਿਧਾਨ ਦੀ ਕਿਤਾਬ ਉਹਦੇ ਸਾਹਮਣੇ ਪਈ ਹੁੰਦੀ ਹੈ। ਜਿਹੜਾ ਆਉਂਦਾ ਹੈ ਉਹਦੀ ਡਾਇਰੀ ਨੂੰ ਜਾਂ ਉਹਦੀ ਫਾਈਲ ਨੂੰ ਵੇਖ ਕੇ ਫਿਰ ਸੰਵਿਧਾਨ ਵਿੱਚੋਂ ਐਕਟ ਢੂੰਡਦਾ ਵੀ ਇਹਦੇ ਤੇ ਕਿਹੜਾ ਲੱਗਦਾ ਹੈ, ਕਿਹੜਾ ਨਹੀਂ ਲੱਗਦਾ। ਜੇ ਐਕਟ ਕੋਈ ਗਲਤ ਹੋਵੇ ਤਾਂ ਕੋਈ ਵੀ ਵਕੀਲ, ਐਡਵੋਕੇਟ ਉਸ ਨੂੰ ਚੈਲੰਜ ਕਰ ਸਕਦਾ ਹੈ ਕਿ ਇਸ ਐਕਟ ਦੇ ਮੁਤਾਬਕ ਇਹ ਗੱਲ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਸੰਵਿਧਾਨ ਹੈ ਜੀਵਨ ਦਾ। ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਕੇ ਫੈਸਲੇ ਕਰਨੇ ਨੇ, ਉਹ ਮਾਨੋ ਸੰਵਿਧਾਨ ਨੂੰ ਇੱਕ ਪਾਸੇ ਰੱਖ ਕੇ ਆਪਣੇ ਆਪ ਵਿੱਚ ਹੀ ਫੈਸਲੇ ਦੇ ਰਿਹਾ। ਸੋ ਸਾਡਾ ਜੱਜ, ਅਖੀਰੀ ਫੈਸਲਾ ਅਸੀਂ ਸੇਧ ਜਿਹੜੀ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀ ਹੈ। ਬਿਲਕੁਲ ਸਿੰਘ ਸਾਹਿਬ, ਹੁਣ ਆਪਾਂ ਇਹ ਗੱਲ ਕਰ ਲਈ ਆ, ਬਹੁਤ ਸਾਰੇ ਤੁਸੀਂ ਸਪਸ਼ਟੀਕਰਨ ਦੇ ਦਿੱਤੇ ਆ। ਮੇਰਾ ਖਿਆਲ ਹੈ ਕਿ ਜਿਹੜੇ ਵੀਰ ਅੱਜ ਦਾ ਸਾਡਾ ਭੈਣਾ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਨੂੰ ਸੰਤੁਸ਼ਟੀ ਹੋ ਗਈ ਹੋਵੇਗੀ। ਹੁਣ ਸਾਨੂੰ ਇਹ ਸਮਝਾਓ ਕਿ ਅਕਾਲ ਤਖਤ ਸਾਹਿਬ ਦਾ ਸਿਧਾਂਤ ਕੀ ਹੈ, ਜਿਹੜਾ ਗੁਰੂ ਸਾਹਿਬ ਦਾ ਬਾਣੀ ਦਾ ਜਿਹੜਾ ਆਸ਼ਾ, ਕਿਉਂਕਿ ਅਕਾਲ ਦਾ ਤਖਤ, ਉਹ ਅਕਾਲ ਹਰ ਥਾਂ ਵਾਪਰ ਰਿਹਾ, ਹਰ ਜਗ੍ਹਾ ਤੇ ਹੈ, ਉਹਦੇ ਤਖਤ ਦਾ ਸਿਧਾਂਤ ਕੀ ਹੈ ਸਾਡੇ ਲਈ, ਫਿਰ ਸਿੱਖ ਲਈ? ਅਸਲ ਵਿੱਚ ਸਿੱਖੀ ਦੇ ਅੰਦਰ ਸੱਚ ਨੂੰ ਪ੍ਰਵਿਰਤ ਕਰਨ ਲਈ ਇੱਕ ਸਾਧਨ ਬਣਾਇਆ ਸੀ। ਮੈਂ ਬਹੁਤ ਦੇਰ ਪਹਿਲਾਂ ਇੱਥੇ ਵਾਸ਼ਿੰਗਟਨ 'ਚ ਵੀ ਇੱਕ ਵਾਰ ਬਿਆਨ ਦਿੰਦਿਆਂ ਇਹ ਗੱਲ ਕਹੀ ਸੀ ਕਿ ਇੱਕੋ ਇੱਕ ਤਖਤ ਹੈ ਜਿਹੜਾ ਹਿਰਦਿਆਂ ਤੇ ਰਾਜ ਕਰਦਾ ਹੈ। ਉਹ ਕੰਟਰੋਲ ਵੀ ਕਰਦਾ ਤੇ ਹਿਰਦਿਆਂ ਨੂੰ, ਮਨ ਨੂੰ ਕੰਟਰੋਲ ਕਰਦਾ, ਫਿਜ਼ੀਕਲੀ ਨਹੀਂ। ਤੇ ਫਿਜ਼ੀਕਲੀ ਦੂਜਿਆਂ ਨੂੰ ਆਪਣੀ ਧਮਕੀਆਂ ਤੇ ਕਿਸੇ ਵੀ ਥ੍ਰੈਟ ਨਾਲ ਕੰਟਰੋਲ ਕਰਨ ਦੇ ਇਰਾਦੇ ਵਾਲੇ ਕਿਰਪਾਨਾਂ ਚੁੱਕੀ ਫਿਰਨ, ਗੰਡਾਸੇ ਚੁੱਕੀ ਫਿਰਨ, ਤਾਂ ਇਹ ਸਮਝ ਲੈਣ ਧਰਮ ਨਹੀਂ ਕਮਾਲ ਹੈ। ਕਿਉਂਕਿ ਧਰਮ ਤਾਂ ਜਿਹੜਾ ਹੈ ਉਹ ਹਿਰਦੇ ਵਿੱਚ ਹੁੰਦਾ ਹੈ, ਮਨ ਵਿੱਚ ਹੁੰਦਾ ਹੈ। ਮਨ ਨੂੰ ਕੰਟਰੋਲ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ, ਜਿੰਦੀ ਪਰਿਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਅਸੀਂ ਇੱਕ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਕਿ ਅਕਾਲ ਤਖਤ ਇੱਕ ਕਨਸੈਪਟ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤਖਤ ਦਾ ਨਾਮ ਆਇਆ, ਰਾਜਯੋਗ ਤਖਤ ਦੀਨ ਗੁਰੂ ਰਾਮਦਾਸ। ਤੇ ਮੈਂ ਪੁੱਛਦਾ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਦੀ ਇਹ ਗੱਲ ਹੈ ਤੇ ਫਿਰ ਉਹ ਕਿਹੜਾ ਤਖਤ ਸੀ? ਇੱਥੇ ਬਸ ਨਹੀਂ, ਸਤਿਗੁਰੂ ਨੇ ਆਖਿਆ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨੇਚਲ ਚੌਰ ਛੱਤ। ਉਹ ਕਿਹੜਾ ਤਖਤ ਸੀ? ਗੁਰੂ ਹਰਗੋਬਿੰਦ ਸਾਹਿਬ ਦਾ। ਜੇ ਅਸੀਂ ਇਸ ਇਮਾਰਤ ਦਾ ਨਾਂ ਹੀ ਅਕਾਲ ਤਖਤ ਰੱਖੀਏ, ਫਿਰ ਉਹ ਤਾਂ ਉਦੋਂ ਤਖਤ ਹੈ ਨਹੀਂ ਸੀ। ਇੱਥੇ ਬਸ ਨਹੀਂ, ਸਤਿਗੁਰੂ ਨੂੰ ਪੁੱਛਿਆ ਵੀ ਜੀ ਉਹ ਤਖਤ ਕੀ ਹੈ? ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਸੱਚਾ ਆਪ, ਅਕਾਲ ਪੁਰਖ ਸੱਚ ਹੈ, ਤਖਤ ਸੱਚਾ। ਜਿਸ ਹਿਰਦੇ ਵਿੱਚ, ਜਿਸ ਵਿਚਾਰਧਾਰਾ ਵਿੱਚ, ਜਿਸ ਕਨਸੈਪਟ ਵਿੱਚ, ਜਿਸ ਸਿਧਾਂਤ ਵਿੱਚ ਸੱਚ ਬੈਠਾ ਹੈ, ਸਮਝੋ ਅਕਾਲ ਪੁਰਖ ਬੈਠਾ ਹੈ। ਸੱਚਾ ਆਪ, ਤਖਤ ਸੱਚਾ, ਬਹਿ ਸੱਚਾ ਕਰੇ ਨਿਆਓ। ਉਸ ਕਨਸੈਪਟ ਸਿਧਾਂਤ ਦੇ ਘੇਰੇ ਖੇਤਰ ਵਿੱਚ ਬੈਠ ਕੇ ਸੱਚੇ ਇਨਸਾਫ ਦੇ ਨਿਆਂ ਹੁੰਦੇ ਨੇ, ਇਨਸਾਫ ਹੁੰਦਾ ਹੈ। ਤੇ ਜਿਹੜਾ ਕੌਮ ਦੇ ਸਾਹਮਣੇ ਤੇ ਜਾਂ ਮਨੁੱਖਤਾ ਦੇ ਸਾਹਮਣੇ ਖਲੋ ਕੇ ਗੱਲ ਨਾ ਕਰਨਾ ਚਾਹੇ ਤੇ ਨਾ ਕਰੇ, ਉਹਨੂੰ ਅਸੀਂ ਕਿੰਨਾ ਕੁ ਇਨਸਾਫ ਦਾ ਕਰ ਆਖਾਂਗੇ? ਦੁਰਵਰਤੋਂ ਹੋ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਨਾਮ ਦੀ। ਜਿੱਥੇ ਦੁਰਵਰਤੋਂ ਹੋ ਰਹੀ ਹੈ ਉੱਥੇ ਮੈਂ ਸ਼ੌਕ ਨਾਲ ਹੀ ਗੱਲ ਕਹਾਂਗਾ ਕਿ ਸਾਡੀ ਕੌਮ ਜਾਗ ਨਹੀਂ ਰਹੀ, ਨਿਰੀ ਦੁਰਵਰਤੋਂ ਨਹੀਂ ਹੋ ਰਹੀ, ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਨਾਮ ਦੀ ਬੇਅਦਬੀ ਹੋ ਰਹੀ ਹੈ। ਸਾਹਿਬ, ਭਗਤ ਕਬੀਰ ਜੀ ਦਾ ਵਾਕ ਹੈ, ਗੁਰਵਾਕ ਹੈ, ਦੇਖੋ ਭਾਈ ਗ੍ਰਹਣ ਕੀ ਆਈ ਆਂਦੀ, ਸਭੇ ਅਡਾਨੀ ਭਰਮ ਕੀ, ਟਾਟੀ ਰਹੇ ਨਾ ਮਾਇਆ ਬਾਂਦੀ। ਅੱਜ ਇਹ ਗਿਆਨ ਦੀ ਹਨੇਰੀ ਪੰਥ ਵਿੱਚ ਫਿਰ ਕਿਵੇਂ ਆ ਸਕਦੀ ਹੈ? ਜਾਗਰਤੀ। ਅਸੀਂ ਪਰੇਸ਼ਾਨੀ ਇਹ ਜੇ ਮੈਂ ਕਰਜ਼ ਕਰਾਂ, ਇਸ ਵੇਲੇ ਸਾਡੀ ਪਰੇਸ਼ਾਨੀ ਕੀ ਹੈ? ਬ੍ਰਾਹਮਣਿਜ਼ਮ ਇਸੇ ਦਾ ਨਾਂ ਹੈ। ਹੋਰ ਕੋਈ ਬ੍ਰਾਹਮਣ ਵਿਅਕਤੀ ਦੇ ਗੁਰੂ ਵਿਰੋਧੀ ਨਹੀਂ ਸੀ। ਬ੍ਰਾਹਮਣਿਜ਼ਮ ਕੀ ਸੀ ਕਿ ਉਹਨੇ ਸਾਰੀ ਹਿੰਦੂ ਕੌਮ ਨੂੰ ਪਹਿਲਾ ਸਭ ਤੋਂ ਜਿਹੜਾ ਆਰਡਰ ਕੀਤਾ ਉਹ ਇਹ ਕਿ ਤੁਸੀਂ ਵਿਦਿਆ ਨਹੀਂ ਪੜ੍ਹ ਸਕਦੇ, ਤਾਂ ਕਿ ਇਹ ਅਗਿਆਨੀ ਰਹਿਣ, ਇਹਨਾਂ ਨੂੰ ਪਤਾ ਨਾ ਲੱਗੇ। ਕਿਉਂਕਿ ਜਿਉਂ-ਜਿਉਂ ਗਿਆਨ ਹੋਏਗਾ ਤਿਉਂ-ਤਿਉਂ ਜਾਗਰਤੀ ਆਏਗੀ। ਅੱਜ ਵੀ ਬ੍ਰਾਹਮਣਿਜ਼ਮ ਇਹਨਾਂ ਚੋਲੇ ਵਾਲਿਆਂ ਨੇ ਤੇ ਇਹਨਾਂ ਦਮਾਦਿਆਂ ਵਾਲਿਆਂ ਨੇ ਇਹ ਕਿਉਂ ਸ਼ੁਰੂ ਕੀਤਾ ਹੈ ਕਿ ਦਰਸ਼ਨ ਸਿੰਘ ਬੋਲੇ ਨਾ। ਉਹਦਾ ਕਾਰਨ ਕੀ ਹੈ ਕਿ ਜਾਗਰਤੀ ਆ ਰਹੀ ਹੈ।
ਗਿਆਨ ਇਹਨਾਂ ਨੂੰ ਪਾਉਂਦਾ ਨਹੀਂ, ਗਿਆਨ ਹੀ ਬ੍ਰਾਹਮਣਿਜ਼ਮ ਨੂੰ ਨਹੀਂ ਸੀ ਪਾਉਂਦਾ। ਉਹਨੇ ਪਹਿਲਾਂ ਆਰਡਰ ਕੀਤਾ ਕਿ ਕੋਈ ਪੜ੍ਹੇ ਨਾ। ਅੱਜ ਵੀ ਵਿਰੋਧ ਇਹੀ ਹੈ ਕਿ ਬੋਲੇ ਨਾ। ਬੜੀ ਅਜੀਬ ਗੱਲ ਹੈ। ਮੈਂ ਕਹਿੰਦਾ ਮੈਂ ਸੰਗਤ ਨੂੰ ਬੋਲ ਕੇ ਤਾਂ ਕਹਿੰਦਾ ਨਹੀਂ ਕਿ ਤੁਸੀਂ ਮੇਰੀ ਗੱਲ ਮੰਨੋ, ਮੈਂ ਤਾਂ ਇਹ ਕਹਿੰਦਾ ਵੀ ਆਹ ਲਿਖਿਆ ਹੋਇਆ ਜੇ ਇਹਨੂੰ ਪੜ੍ਹ ਲਓ। ਮੈਂ ਇਹਨਾਂ ਨੂੰ ਵੀ ਸੱਦਾ ਦਿੰਦਾ, ਪੜ੍ਹੋ। ਮੈਂ ਤਾਂ ਬਲਕਿ ਮਹਿਸੂਸ ਕਰਨਾ ਵੀ ਇਹ ਉਹ ਲੋਕ ਨੇ ਜਿਹੜੇ ਬ੍ਰਾਹਮਣਿਜ਼ਮ ਦੇ ਇਫੈਕਟਿਵ ਨੇ, ਤੇ ਇਹ ਆਪ ਜਾਂ ਤਾਂ ਪੜ੍ਹ ਨਹੀਂ ਰਹੇ। ਜੇ ਪੜ੍ਹ ਕੇ ਤਾਂ ਕੋਈ ਵੀ ਜ਼ਮੀਰ ਵਾਲਾ ਆਦਮੀ ਉਸ ਗ੍ਰੰਥ ਨੂੰ ਗੁਰੂ ਨਹੀਂ ਮੰਨ ਸਕਦਾ। ਇੱਥੋਂ ਸਾਬਤ ਹੁੰਦਾ ਹੈ ਕਿ ਅਗਿਆਨੀ ਆਪ ਨੇ ਤੇ ਅਗਿਆਨੀ ਕੌਮ ਨੂੰ ਰੱਖਣਾ ਚਾਹੁੰਦੇ ਨੇ। ਜਿਹੜਾ ਕੋਈ ਜਾਗਦਾ ਹੈ, ਗਿਆਨ ਕੀਆਂ ਦੀ ਜਿੰਦੇ ਵਿੱਚ ਆਉਂਦੀ ਹੈ, ਭਰਮ ਦੀ ਟਾਟੀ ਜਿੰਦੀ ਟੁੱਟਦੀ ਹੈ, ਇਹ ਉਹ ਬਰਦਾਸ਼ਤ ਨਹੀਂ ਕਰਦੇ। ਪ੍ਰੋਫੈਸਰ ਸਾਹਿਬ, ਹੁਣੇ ਤੁਸੀਂ ਜ਼ਿਕਰ ਕੀਤਾ ਜਿਸ ਗ੍ਰੰਥ ਤੋਂ, ਜਿਸ ਨੂੰ ਅਸੀਂ ਗ੍ਰੰਥ ਵੀ ਨਹੀਂ ਕਹਿ ਸਕਦੇ, ਉਸ ਦਾ ਜ਼ਿਕਰ ਕੀਤਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ, ਉਸ ਦੇ ਵਿੱਚ ਬਚਿੱਤਰ ਨਾਟਕ ਨਾਂ ਦੀ ਕਿਸੇ ਪੁਸਤਕ ਦਾ ਜ਼ਿਕਰ ਆਉਂਦਾ ਹੈ? ਨਹੀਂ, ਉਹਦੇ ਚ ਬਚਿੱਤਰ ਨਾਟਕ ਦੀ ਕਿਸੇ ਪੁਸਤਕ, ਉੱਥੇ ਇੱਕ ਗੱਲ ਬੜੀ ਸਪਸ਼ਟ ਲਿਖੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਲ ਕਿਸੇ ਵੀ ਪੋਥੀ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਸਮੁੱਚੇ ਰੂਪ ਵਿੱਚ ਇੱਕ ਗੱਲ ਕਹਿ ਦਿੱਤੀ ਗਈ ਹੈ ਕਿ ਨਾ ਤੁਲ ਬਰਾਬਰ, ਨਾ ਉਸ ਰੂਪ ਵਿੱਚ ਜਿਵੇਂ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹ ਨਹੀਂ, ਜਿਵੇਂ ਚਾਨਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਹ ਨਹੀਂ, ਜਿਵੇਂ ਚੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿਸੇ ਹੋਰ ਤੇ ਨਹੀਂ। ਇਹ ਗੱਲ ਸਪਸ਼ਟ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਪੰਥ ਦੀ ਧਿਰ ਤੇ ਗ੍ਰੰਥ ਦੀ ਧਿਰ ਨੂੰ ਨਹੀਂ ਮੰਨਦੇ, ਉਹ ਅਜੇ ਤੱਕ ਓਪਨ ਕਹੀ ਜਾਂਦੇ ਨੇ ਕਿ ਅਸੀਂ ਕਰਾਂਗੇ, ਅਸੀਂ ਨਹੀਂ ਮੰਨਦੇ। ਪਰ ਇਸ ਦਾ ਪ੍ਰਕਾਸ਼ ਹੋਇਆ ਵਾ ਬਹੁਤ ਸਾਰੀਆਂ ਥਾਵਾਂ ਤੇ। ਸਿਰਫ ਕੇਵਲ ਤੇ ਕੇਵਲ ਇੱਕ ਬੜੀ ਲੰਬੀ ਫਿਰ ਕਹਾਣੀ, ਜੇ ਸੁਣਨਾ ਚਾਹੁੰਦੇ ਹੋ ਮੈਂ ਸਟੇਜ ਤੇ ਵੀ ਕਹੋ ਤਾਂ ਮੈਂ ਬੇਨਤੀ ਕਰ ਦਿਆਂਗਾ, ਪਰ ਥੋੜੀ ਜਿਹੀ ਲੰਬੀ ਕਹਾਣੀ ਹੈ। ਇਹਦਾ ਕਾਰਨ ਕੀ ਹੈ? ਕਾਰਨ ਇਹ ਕਿ ਅੱਜ ਤੁਸੀਂ ਲੈ ਲਓ, ਇਹ ਕਰੀਬ ਸਤਿਗੁਰੂ ਗੁਰੂ ਦਸਮ ਪਾਤਸ਼ਾਹ ਜੀ ਤੋਂ 100 ਸਾਲ ਬਾਅਦ ਤੱਕ ਇਹਦਾ ਨਾਮ ਦਸਮ ਗ੍ਰੰਥ ਦੇ ਰੂਪ ਵਿੱਚ ਕਿਤੇ ਨਹੀਂ। ਔਰ ਉਹਦੇ ਆਪਣੇ ਵਿੱਚ ਵੀ ਗ੍ਰੰਥ ਵਿੱਚ ਬਚਿੱਤਰ ਨਾਟਕ ਦਾ ਲਫ਼ਜ਼ ਹੈ। ਉਹਦਾ ਗ੍ਰੰਥ ਦਾ ਨਾਮ ਬਚਿੱਤਰ ਨਾਟਕ। ਉਹ ਬਚਿੱਤਰ ਨਾਟਕ ਲਫ਼ਜ਼ ਕੋਈ ਧਾਰਮਿਕ ਤੌਰ ਤੇ ਲੋਕਾਂ ਤੇ ਪ੍ਰਭਾਵ ਨਹੀਂ ਸੀ ਛੱਡਦਾ। ਇਹਨਾਂ ਨੂੰ ਚਾਹੀਦਾ ਸੀ ਉਸ ਨੂੰ ਗ੍ਰੰਥ ਨੂੰ ਸਾਡੇ ਵਿੱਚ ਪ੍ਰਵੇਸ਼ ਕਰਾਉਣ ਲਈ, ਇਸ ਲਈ ਇਹਨਾਂ ਨੇ ਫਿਰ ਉਹਦਾ ਨਾਮ ਦਸਮ ਗ੍ਰੰਥ 5 ਵਾਰ 4 ਵਾਰ ਨਾਮ ਉਹਦਾ ਬਦਲਿਆ। ਫਿਰ ਉਸ ਤੋਂ ਬਾਅਦ ਦਸਮ ਗੁਰੂ ਗ੍ਰੰਥ ਰੱਖਿਆ, ਫਿਰ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ। ਪਰ ਦਸਮ ਗ੍ਰੰਥ ਲਫ਼ਜ਼ ਵੀ ਸਤਿਗੁਰੂ ਗੁਰੂ ਦਸਮ ਪਾਤਸ਼ਾਹ ਜੀ ਦੇ ਚੋਲਾ ਬਦਨ ਜੋਤੀ ਜੋਤ ਸਮਾਨ ਤੋਂ ਕਰੀਬ 100 ਸਾਲ ਬਾਅਦ ਕਿਸੇ ਇਤਿਹਾਸ ਵਿੱਚ ਆਇਆ ਹੈ। ਇਤਿਹਾਸ ਵਿੱਚ ਆਇਆ ਇੱਕ ਬੜੀ ਚਾਲ ਨਾਲ, ਕਿਉਂਕਿ ਅੰਗਰੇਜ਼ ਵੀ ਸਿੱਖਾਂ ਕੋਲੋਂ ਪਰੇਸ਼ਾਨ ਸਨ, ਕਿਉਂਕਿ ਪੰਜਾਬ ਵਿੱਚ ਰਾਜ ਨਹੀਂ ਸਨ ਕਰ ਸਕਦੇ ਸਾਰੇ ਸਾਧ। ਬ੍ਰਾਹਮਣਿਜ਼ਮ ਵੀ ਪਰੇਸ਼ਾਨ ਸੀ। ਇਹਨਾਂ ਦੋਹਾਂ ਦੀ ਆਪਸੀ ਸਮਝੌਤੇ ਨਾਲ ਕਿ ਜੇ ਤੁਸੀਂ ਸਿੱਖੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਤਾਂ ਆਚਰਨਹੀਨਤਾ ਪੈਦਾ ਕਰਨ ਲਈ, ਕਮਜ਼ੋਰ ਕਰਨ ਲਈ, ਇੱਕ ਅਕਾਲ ਪੁਰਖ ਦੀ ਪੂਜਾ ਛੁਡਾਉਣ ਲਈ ਗ੍ਰੰਥ ਸਾਡੇ ਕੋਲ ਹੈ। ਬ੍ਰਾਹਮਣਿਜ਼ਮ ਨੇ ਆਖਿਆ ਵੀ ਹਥਿਆਰ ਸਾਡੇ ਕੋਲ ਹੈ, ਸ਼ਕਤੀ ਤੁਹਾਡੇ ਕੋਲ ਹੈ, ਤੁਸੀਂ ਰਾਜ ਕਰਦੇ ਹੋ, ਇਸ ਲਈ ਆਪਾਂ ਦੋਨੋਂ ਮਿਲ ਕੇ ਇਹਨਾਂ ਨੂੰ ਕਮਜ਼ੋਰ ਕਰ ਸਕਦੇ ਹਾਂ। ਉਹਨਾਂ ਦੇ ਟਾਈਮ ਤੇ ਫਿਰ ਇਹ ਤਖਤਾਂ ਸਾਰਿਆਂ ਤੇ ਹੀ, ਈਵਨ ਸਿਰਫ 12 ਤਖਤਾਂ ਤੇ ਨਹੀਂ, ਉਦੋਂ ਜਿਹੜੇ 4 ਤਖਤ ਸਨ, 4 ਤੇ ਹੀ ਇਹਦਾ ਪ੍ਰਕਾਸ਼ ਕੀਤਾ ਗਿਆ। ਤੇ ਹੋਰ ਅਸਥਾਨਾਂ ਤੇ ਵੀ ਜਿਹੜੇ ਉਹਨਾਂ ਨਾਲ ਸੰਬੰਧਿਤ ਤੇ ਪ੍ਰਭਾਵ ਹੇਠ ਸਨ, ਉਹਨਾਂ ਡੇਰਿਆਂ ਵਿੱਚ ਵੀ, ਕਿਉਂਕਿ ਡੇਰੇ ਵੀ ਜਿਹੜੇ ਉਹਨਾਂ ਦੀ ਬਹੁਤਾਤ ਜਨਮਦਾਤਾ ਜਿਹੜੇ ਉਹ ਹਨ ਉਦਾਸੀ ਤੇ ਨਿਰਮਲੇ, ਉਹਨਾਂ ਤੋਂ ਇਹ ਡੇਰਿਆਂ ਨੇ ਜਨਮ ਲਿਆ। ਇਸ ਲਈ ਉਹਨਾਂ ਤੇ ਵੀ ਇਹ ਪ੍ਰਕਾਸ਼ ਤੇ ਪ੍ਰਚਾਰ ਸ਼ੁਰੂ ਹੋ ਗਿਆ। ਮਹੰਤਾਂ ਨੇ ਵੀ ਸ਼ੁਰੂ ਕੀਤਾ। ਉੱਥੋਂ ਆਚਰਨਹੀਨਤਾ ਵੀ ਡੇਰਿਆਂ ਵਿੱਚ ਆਈ, ਜਿਨ੍ਹਾਂ ਦੇ ਮਹੰਤਾਂ ਦੇ ਆਚਰਨ ਦੀਆਂ ਕਹਾਣੀਆਂ ਅਸੀਂ ਰੋਜ਼ ਪੜ੍ਹਦੇ ਸੁਣਦੇ। ਦੂਜਾ ਪੱਖ ਦੇਖਣਾ ਇਹ ਹੈ ਕਿ ਜਿਸ ਵੇਲੇ ਇਹਨਾਂ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਕੌਮ ਜ਼ਰਾ ਜਥੇਬੰਦ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਢਲੇ ਰੂਪ ਵਿੱਚ ਆਈ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਸਿੰਘ ਸਭਾ ਲਹਿਰ ਚੱਲੀ। ਜਦੋਂ ਜਥੇਬੰਦ ਰੂਪ ਵਿੱਚ ਜਰਾ ਸ਼ਕਤੀਸ਼ਾਲੀ ਹੋਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਆ ਕੇ ਇਹਨਾਂ ਤੱਕ ਪੰਜਾਬ ਦੇ ਤਖਤਾਂ ਤੋਂ ਇਹ ਗ੍ਰੰਥ ਜਿਹੜਾ ਸੀ ਚੁਕਵਾਇਆ। ਅੱਜ ਮੈਂ ਪੁੱਛਦਾ, ਅੱਜ ਪੰਜਾਬ ਦੇ ਤਖਤਾਂ ਤੇ ਪ੍ਰਕਾਸ਼ ਕਿਉਂ ਨਹੀਂ? ਪੰਜਾਬ ਦੇ ਤਖਤਾਂ ਤੇ ਕਿਉਂ ਪ੍ਰਕਾਸ਼ ਨਹੀਂ? ਪਹਿਲੇ ਵੀ ਤਾਂ ਸੀ, ਉੱਥੇ ਮੂਰਤੀਆਂ ਦੇ ਵੀ ਪ੍ਰਕਰਮਾਂ ਵਿੱਚ ਇਹਨਾਂ ਨੇ ਆਸਣ ਲਾਏ ਹੋਏ ਸਨ, ਉੱਥੇ ਆਰਤੀਆਂ ਵੀ ਹੁੰਦੀਆਂ ਸਨ ਸਭ। ਅੱਜ ਕੱਲ੍ਹ ਕਿਉਂ ਨਹੀਂ? ਕਿਉਂਕਿ ਸਿੱਖ ਦੀ ਹਾਂਜੀ ਉਸ ਵਕਤ ਇੱਕ ਵਾਰ ਜਾਗਰਤੀ ਆਈ। ਸਿੱਖ ਸੋਚ ਨੇ ਆਪਣਾ ਪਹਿਰਾ ਮਜ਼ਬੂਤ ਕਰਕੇ ਉੱਥੋਂ ਇਹ ਚੀਜ਼ਾਂ ਚੁਕਾਈਆਂ।
ਲੇਕਿਨ ਪਰੇਸ਼ਾਨੀ ਬਾਹਰਲੇ ਤਖਤਾਂ ਤੇ ਕੀ ਹੋਈ ਕਿ ਇਹਨਾਂ ਨੇ ਐਕਟ ਦੇਣ ਲੱਗਿਆ ਇੱਕ ਬੜੀ ਚੁਸਤੀ ਵਰਤੀ। ਜਿਵੇਂ ਅੱਜ ਪੰਜਾਬੀ ਸੂਬਾ ਬਣਾਉਣ ਲੱਗਿਆ ਵਕਤ ਦੀ ਸਰਕਾਰ ਨੇ ਚੰਡੀਗੜ੍ਹ ਤੇ ਕੁਝ ਪੰਜਾਬੀ ਬੋਲਦੇ ਪਾਣੀਆਂ ਦੇ ਮਸਲੇ ਇਹੋ ਜਿਹੇ ਰਕਾ ਦਿੱਤੇ ਕਿ ਹਮੇਸ਼ਾ ਲੜਦੇ ਹੀ ਰਹੀ। ਇਸੇ ਤਰ੍ਹਾਂ ਵਕਤ ਦੀ ਸਰਕਾਰ ਨੇ ਸਾਡੇ ਨਾਲ ਇੱਕ ਬੜਾ ਵੱਡਾ ਧੋਖਾ ਕੀਤਾ। ਉਹ ਇਹ ਕਿ ਉਸ ਵਕਤ ਦੇ ਪੰਜਾਬ ਦਾ ਗੁਰਦੁਆਰਾ ਐਕਟ ਸਾਨੂੰ ਦਿੱਤਾ, ਜਿਸਨੂੰ ਗੁਰਦੁਆਰਾ ਪੰਜਾਬ ਗੁਰਦੁਆਰਾ ਐਕਟ ਆਖਦੇ। ਉਹਦੇ ਵਿੱਚ ਪੁਰਾਣੇ ਪੰਜਾਬ ਵਿੱਚ ਜਿੰਨੇ ਕੁ ਗੁਰਦੁਆਰੇ ਉਹਨਾਂ ਤੇ ਲਾਗੂ ਹੁੰਦਾ, ਉਹਨਾਂ ਦਾ ਹੀ ਕਬਜ਼ਾ ਸੀ। ਸ਼੍ਰੋਮਣੀ ਕਮੇਟੀ ਉਹਨਾਂ ਤੇ ਇਫੈਕਟਿਵ ਹੈ। ਇਹਨਾਂ ਨੇ ਸੋਚਿਆ ਵੀ ਇਸ ਬਹਾਨੇ ਕਮ ਸੇ ਕਮ 2 ਤਖਤ ਤਾਂ ਸਾਡੇ ਕੋਲ ਰਹਿ ਜਾਣਗੇ ਜਿਨ੍ਹਾਂ ਤੇ ਅਸੀਂ ਆਪਣੀ ਮਰਜ਼ੀ ਨਾਲ ਉਹ ਬ੍ਰਾਹਮਣਿਜ਼ਮ ਨੂੰ ਲਾਗੂ ਕਰ ਸਕਾਂਗੇ। ਲੋ ਉਹ ਕਾਰਨ ਜੇ ਜਿਸ ਲਈ ਨਿਰਮਲੇ ਉਦਾਸੀਆਂ ਦੇ ਜਨਮ ਤੋਂ ਪੈਦਾ ਹੋਏ ਡੇਰੇ ਤੇ ਉਹ 2 ਤਖਤ ਜਿਹੜੇ ਉਹਨਾਂ ਨੇ ਆਪਣੇ ਲਈ ਬਾਹਰ ਰੱਖ ਲਏ। ਅੱਜ ਤੱਕ 60 ਸਾਲਾਂ ਵਿੱਚ ਸਾਨੂੰ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਦੇ ਰਹੇ, ਇਸੇ ਕਾਰਨ ਨਹੀਂ ਦੇ ਰਹੇ ਤਾਂ ਕਿ ਬ੍ਰਾਹਮਣਿਜ਼ਮ ਦਾ ਉਹ ਜਿਹੜਾ ਸੋਮਾ ਬਣੇ ਹੋਏ ਨੇ ਉਹ ਕਿਤੇ ਬੰਦ ਨਾ ਹੋ ਜਾਏ। ਪ੍ਰੋਫੈਸਰ ਸਾਹਿਬ, ਅੱਜ ਬਹੁਤ ਸਾਰੇ ਮੇਰੇ ਵੀਰ ਜਿਹੜੇ ਇੱਥੇ ਅੱਜ ਵੈਲੀ ਦੇ ਵਿੱਚ ਵਸਦੇ, ਜਦੋਂ ਉਹਨਾਂ ਨਾਲ ਧਰਮ ਦੀ ਕੋਈ ਗੱਲ ਕਰੀਦੀ ਹੈ ਤਾਂ ਉਹ ਕਹਿ ਦਿੰਦੇ ਆ ਕਿ ਵੀਰ ਜੀ ਅਸੀਂ ਧਰਮ ਤੋਂ ਬਗੈਰ ਹੀ ਠੀਕ ਆ, ਅਸੀਂ ਧਰਮ ਦੀ ਗੱਲ ਕਰਦੇ ਆ ਤਾਂ ਬੜੇ ਨੈਰੋ ਮਾਈਂਡਡ ਹੋ ਜਾਂਦੇ ਆ। ਇੱਕ ਸਿੱਖ ਲਈ ਜਿਹੜਾ ਵੀਰ ਕੋਈ ਸਿੱਖ ਖਵਾਉਂਦਾ, ਸਿੰਘ ਖਵਾਉਂਦਾ, ਆਪਣੇ ਨਾਲ ਸਿੰਘ ਨਾਂ ਦੇ ਨਾਲ ਲਗਵਾਉਂਦਾ, ਉਹਦੇ ਲਈ ਧਰਮ ਦਾ ਕੀ ਅਰਥ ਆ? ਇੱਕ ਸਿੱਖ ਆ ਜਿਹੜਾ, ਉਹਦੇ ਲਈ ਧਰਮ ਦਾ ਅਰਥ ਕੀ ਆ? ਦੁਖਾਂਤ ਇਹੋ ਜਿਹੇ ਅਸੀਂ ਧਰਮ ਨੂੰ ਕਾਗਜ਼ ਦੇ ਫੁੱਲਾਂ ਵਾਂਗੂ ਕੇਵਲ ਬਾਣੇ ਤੇ ਰੱਖ ਲਿਆ। ਪਿਛਲੇ ਦਿਨਾਂ ਚ ਬੋਲਦੇ ਹੋਏ ਮੈਂ ਗੱਲ ਕਹੀ ਸੀ, ਇੱਕ ਫੁੱਲਾਂ ਦੀ ਫੁਲਵਾੜੀ ਪੈਦਾ ਹੁੰਦੀ ਹੈ ਜਿੰਦਾ ਬੀਜ ਬੀਜਣਾ ਪੈਂਦਾ ਹੈ ਤੇ ਉਹ ਬੀਜ ਵਿੱਚੋਂ ਬੂਟਾ ਪੈਦਾ ਹੁੰਦਾ ਹੈ। ਬੂਟੇ ਤੇ ਫਿਰ ਫੁੱਲ ਲੱਗਦੇ ਨੇ। ਮਾਲੀ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ, ਉਹਦੇ ਚ ਉਹਨੂੰ ਆਸ ਤੇ ਵਿਸ਼ਵਾਸ ਹੁੰਦਾ ਹੈ ਕਿ ਇਹ ਬੀਜ ਜਿਹੜਾ ਹੈ ਜ਼ਰੂਰ ਬੂਟਾ ਬਣੇਗਾ, ਬੂਟਾ ਜ਼ਰੂਰ ਫੁੱਲ ਲਿਆਏਗਾ। ਇਸ ਲਈ ਉਹ ਬੈਠਾ ਇੰਤਜ਼ਾਰ ਕਰਦਾ ਤੇ ਸੰਭਾਲਦਾ ਹੈ। ਤੇ ਇੱਕ ਉਹ ਹੁੰਦਾ ਹੈ ਜਿਹੜਾ ਕਾਗਜ਼ ਦੇ ਫੁੱਲ ਰਾਤੋਂ ਰਾਤ ਪੈਦਾ ਕਰਕੇ ਪੂਰੇ ਭਾਵੇਂ ਘਰ ਨੂੰ ਵਿਹੜੇ ਨੂੰ ਸਜਾ ਦਿਓ, ਉਹ ਕਾਗਜ਼ ਦੇ ਫੁੱਲ ਨੇ, ਉਹਨਾਂ ਨੂੰ ਉਡੀਕ ਕਰਨ ਦੀ ਲੋੜ ਨਹੀਂ ਹੁੰਦੀ, ਉਹ ਧਰਤੀ ਵਿੱਚੋਂ ਪੈਦਾ ਨਹੀਂ ਹੁੰਦੇ, ਉਹਨਾਂ ਦਾ ਕੋਈ ਬੀਜ ਨਹੀਂ ਹੁੰਦਾ। ਮੈਂ ਕਿਹਾ ਇੱਕ ਉਹ ਸਿੱਖੀ ਹੈ ਜਿਹੜੇ ਨਾਮ ਰੂਪੀ ਬਾਣੀ ਰੂਪੀ ਬੀਜ ਵਿੱਚੋਂ ਪੈਦਾ ਹੁੰਦੀ ਹੈ। ਉਹ ਪਹਿਲਾਂ ਹੋ ਸਕਦਾ ਹੈ ਉਹਨੂੰ ਫੁੱਲ ਨਾ ਲੱਗੇ ਹੋਣ, ਜਿਨ੍ਹਾਂ ਨੂੰ ਅਸੀਂ ਦੂਜੇ ਲਫ਼ਜ਼ਾਂ 'ਚ ਕਹਿ ਦਿੰਦੇ ਹਾਂ ਜੀ ਇਹ ਜੀ ਪੂਰੇ ਸਿੱਖ ਨਹੀਂ ਜੀ, ਹੋ ਸਕਦਾ ਹੈ, ਪਰ ਉਹਨਾਂ ਤੇ ਆਸ ਹੋ ਸਕਦੀ ਹੈ। ਬਾਣੀ ਉਹਨਾਂ ਦੇ ਅੰਦਰ ਪਹਿਲਾਂ ਜਾਵੇ। ਗੁਰੂ ਨੇ 200 ਵਰ੍ਹਾ ਲਗਾਤਾਰ ਬਾਣੀ ਨਾਲ ਸਿੰਜ ਕੇ ਫਿਰ ਬਾਣਾ ਦਿੱਤਾ ਤਾਂ ਕਿ ਕਾਗਜ਼ ਦੇ ਫੁੱਲ ਹੀ ਨਾ ਬਣ ਜਾਣ। ਹਾਂਜੀ, ਫਿਰ ਬਾਣਾ ਦਿੱਤਾ। ਪਰ ਅੱਜ ਅਸੀਂ ਦੂਜਿਆਂ ਨੂੰ ਨਾਨ ਸਿੱਖ ਆਖ ਕੇ ਤੇ ਉਹਨਾਂ ਦੇ ਉੱਤੇ ਆਪਣੀ ਹਕੂਮਤ ਜਤਾਉਣ ਲਈ ਕੇਵਲ ਰਾਤੋਂ ਰਾਤ ਸਵਾ ਕੇ ਲੰਬੇ ਚੋਲੇ ਤੇ ਰਾਤੋਂ ਰਾਤ ਉੱਪਰੋਂ ਦੀ ਕਿਰਪਾਨਾਂ ਤੇ ਸਭ ਕੁਝ ਕਰਕੇ ਅਸੀਂ ਇੱਕ ਕਾਗਜ਼ ਦੇ ਫੁੱਲ ਬਣ ਕੇ ਲੋਕਾਂ ਦੇ ਸਾਹਮਣੇ ਆਪਣਾ ਆਪ ਹੋਂਦ ਵਿੱਚ ਲਿਆ ਰਹੇ ਹਾਂ, ਜਿਹਨੂੰ ਦੇਖ ਕੇ ਹੀ ਨੌਜਵਾਨ ਬੱਚਾ ਜਾਂ ਪੜ੍ਹਿਆ ਲਿਖਿਆ ਜਾਗਰਤ ਮਨੁੱਖ ਜਿਹੜਾ ਹੈ ਉਹ ਸੋਚੀ ਪੈ ਗਿਆ ਵੀ ਇਹੋ ਧਰਮ ਹੈ। ਕਾਗਜ਼ ਦੇ ਫੁੱਲਾਂ ਨੂੰ ਕੋਈ ਧਰਮ ਕਿਵੇਂ ਆਖੇਗਾ? ਤੇ ਜੇ ਆਖੇਗਾ ਤਾਂ ਉਹ ਖੁਸ਼ਬੂ ਤੋਂ ਵਾਂਝਾ ਰਹਿ ਜਾਏਗਾ। ਅੱਜ ਸਾਡੇ ਧਰਮ ਵਿੱਚ ਖੁਸ਼ਬੂ ਨਹੀਂ, ਬਲਕਿ ਸ਼ਿਕਵੇ ਨਾਲ ਇੱਕ ਗੱਲ ਕਹਿਣੀ ਪੈ ਰਹੀ ਹੈ ਕਿ ਕਾਗਜ਼ ਦੇ ਫੁੱਲਾਂ ਵਿੱਚੋਂ ਹੌਲੀ ਹੌਲੀ ਬਦਬੂ ਫੈਲ ਰਹੀ ਹੈ, ਜਿਹਦੇ ਤੋਂ ਸਿੱਖੀ ਦੇ ਧਰਮ ਦੇ ਪਵਿੱਤਰ ਆਸ਼ੇ ਨੂੰ ਲੋਕ ਤਲਾਂਜਲੀ ਦੇ ਕੇ ਨੌਜਵਾਨ ਦੂਰ ਜਾ ਰਹੇ ਹਨ। ਪ੍ਰੋਫੈਸਰ ਸਾਹਿਬ, ਅਕਸਰ ਇੱਥੇ ਵੈਲੀ ਦੇ ਵਿੱਚ ਮੈਂ ਕੁਝ ਇੱਕ ਵੀਰਾਂ ਨੂੰ ਜਾਣਦਾ ਜਿਹੜੇ ਇੱਕ ਸੋਚ ਦੇ ਪਹਿਲਾਂ ਧਾਰਨੀ ਸਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਖਰੀ ਉੱਤਰ ਦੀ ਗੱਲ ਉਹਨਾਂ ਦੇ ਸਮਝ ਦੇ ਵਿੱਚ ਨਹੀਂ ਸੀ। ਜਦੋਂ ਉਹਨਾਂ ਨੇ ਗੁਰਬਾਣੀ ਦਾ ਸਿਧਾਂਤ ਸਮਝਿਆ ਤਾਂ ਉਹ ਵੀਰ ਝੱਟ ਉਹ ਪੰਥ ਦੇ ਵਿੱਚ ਮੈਂ ਕਹਾਂਗਾ ਆ ਗਏ, ਗੁਰੂ ਗ੍ਰੰਥ ਸਾਹਿਬ ਦੇ ਪੰਥ ਦੇ ਵਿੱਚ ਆ ਗਏ। ਪਰ ਅੱਜ ਜ਼ਿਆਦਾਤਰ ਜਿਹੜੇ ਵੀਰ ਆ, ਕੋਈ ਸਾਨੂੰ ਸੱਚ ਦੇ ਰਾਹ ਤੇ ਨਹੀਂ ਚੱਲਣਾ ਪੈਂਦਾ, ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਪਰ ਫਿਰ ਵੀ ਅਸੀਂ ਧਰਮੀ ਅਖਵਾਉਂਦੇ ਹਾਂ। ਕੀ ਕਾਰਨ ਆ? ਧਰਮੀ ਬਣਨਾ ਇੰਨਾ ਸੌਖਾ? ਉਹ ਇਸੇ ਲਈ ਨਾ ਕਿਉਂਕਿ ਕਾਗਜ਼ ਦੇ ਫੁੱਲ ਨੇ, ਕਾਗਜ਼ ਦੇ ਫੁੱਲ ਤਾਂ ਪੈਦਾ ਕਰਨੇ ਕੋਈ ਔਖੇ ਨਹੀਂ। 1-2 ਘੰਟੇ ਹੀ ਤੁਸੀਂ ਕਾਗਜ਼ ਦੇ ਫੁੱਲਾਂ ਨਾਲ ਸਾਰਾ ਘਰ ਭਰ ਦਿਓ, ਪਰ ਤੁਸੀਂ ਜੇ ਅਸਲੀ ਫੁੱਲਾਂ ਨੂੰ ਪੈਦਾ ਕਰਨਾ ਤੇ ਉਹਦੇ ਤੇ ਟਾਈਮ ਲੱਗਣਾ। ਇਸੇ ਲਈ ਉਹ ਲੋਕ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਚੁਗਿਰਦੇ ਨੂੰ ਕਾਗਜ਼ ਦੇ ਫੁੱਲ ਬਣਾਉਣ ਤੇ ਜ਼ੋਰ ਦਿੱਤਾ ਹੋਇਆ, ਕਾਗਜ਼ ਦੇ ਫੁੱਲ ਬਣਾਉਣ ਤੇ ਜ਼ੋਰ ਦਿੱਤਾ ਹੋਇਆ। ਵੈਸੇ ਸਾਹਿਬ, ਰੂਹਾਨੀਅਤ ਦੇ ਮਾਰਗ ਤੋਂ ਇਹ ਸਾਡੇ ਧਰਮ ਦੁਨੀਆ ਦੇ ਵਿੱਚ ਵੱਖ-ਵੱਖ ਧਰਮ ਸ਼ੁਰੂ ਹੋਏ, ਸਿੱਖ ਧਰਮ ਸ਼ੁਰੂ ਹੋਇਆ। ਚੰਗੇ ਆਦਰਸ਼ਕ ਮਨੁੱਖ ਦੀ
ਉਹਨਾਂ ਧਰਮਾਂ ਨੇ ਸਮਾਜ ਦੀ ਨੀਂਹ ਰੱਖਣੀ ਸੀ। ਪਰ ਅੱਜ ਦੁਨੀਆ ਵਿੱਚ ਅਕਸਰ ਸੁਣੀਦਾ ਕਿ ਧਰਮਾਂ ਦੇ ਨਾਂ ਤੇ ਅਸੀਂ ਦੇਖਦੇ ਵੀ ਹਾਂ ਕਿ ਬਹੁਤ ਸਾਰੇ ਨਸਲੀ ਵਿਤਕਰੇ ਹੁੰਦੇ ਆ, ਲੜਾਈਆਂ ਝਗੜੇ ਹੁੰਦੇ ਆ। ਇਹ ਫਿਰ ਕਮੀ ਕਿੱਥੇ ਰਹਿ ਗਈ? ਸਾਡੀ ਕੌਮ ਦੀ ਗੱਲ ਕਰੀਏ, ਫਿਰ ਕਮੀ ਸਾਡੇ ਵਿੱਚ ਕਿੱਥੇ ਰਹਿ ਗਈ? ਇਹਦੀ ਕਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣਾ ਇਹ ਸਭ ਤੋਂ ਵੱਡੀ ਕਮੀ। ਸਿੱਖੀ ਬਾਰੇ ਗੁਰੂ ਨੇ ਫੈਸਲਾ ਦੇ ਦਿੱਤਾ ਕਿ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਗੁਰੂ ਤੋਂ ਟੁੱਟ ਕੇ ਸਿੱਖ ਖਤਮ ਹੋਵੇਗਾ, ਜਿਸ ਦਾ ਮਤਲਬ ਹੈ ਸਿੱਖੀ ਖਤਮ ਹੋਵੇਗੀ। ਔਰ ਇਹੋ ਕਾਰਨ ਹੈ ਅੱਜ ਪੂਰੀ ਕੋਸ਼ਿਸ਼ ਲੱਗੀ ਹੋਈ ਹੈ ਸਿੱਖ ਦੋਖੀ ਸੋਚਦੀ ਕਿ ਕਿਸੇ ਤਰ੍ਹਾਂ ਸਿੱਖ ਨੂੰ ਗੁਰੂ ਨਾਲੋਂ ਤੋੜਿਆ ਜਾਏ। ਦਰਮਿਆਨ ਵਿੱਚ ਹੋਰ ਗ੍ਰੰਥ, ਦਰਮਿਆਨ ਵਿੱਚ ਮੂਰਤੀਆਂ, ਦਰਮਿਆਨ ਵਿੱਚ ਫੋਟੋਆਂ, ਦਰਮਿਆਨ ਵਿੱਚ ਵਿਅਕਤੀਆਂ ਦੇ ਆਸਣ, ਤਾਂ ਕਿ ਸਿੱਖ ਗੁਰੂ ਤੋਂ ਕਿਸੇ ਤਰ੍ਹਾਂ ਟੁੱਟੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਰਹਿਣਾ ਸਾਡੇ ਭਵਿੱਖ ਦੀ ਸੁਰੱਖਿਅਤਾ ਹੈ, ਜਮਨ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਨਸੈਪਟ ਨਾਲੋਂ ਟੁੱਟ ਕੇ ਕਿਸੇ ਵਿਅਕਤੀ ਦੇ ਕੇਵਲ ਤੇ ਕੇਵਲ ਫੁੱਲਾਂ ਦੇ ਕਾਗਜ਼ੀ ਫੁੱਲਾਂ ਨੂੰ ਦੇਖ ਕੇ ਹੀ ਉਹਦੇ ਤੇ ਰੀਝ ਜਾਣਾ ਜਾਂ ਉਹਨੂੰ ਆਪਣਾ ਜੀਵਨ ਦਾ ਆਗੂ ਬਣਾ ਲੈਣਾ, ਮੈਂ ਸਮਝਦਾ ਇਹ ਸਾਡੇ ਲਈ ਘਾਤਕ ਹੈ। ਮੈਂ ਇਸ ਦੇ ਵਿੱਚ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਗੁਰਦੁਆਰਿਆਂ ਦੇ ਵਿੱਚ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਇਹ ਪੜ੍ਹਦੇ ਹਾਂ ਕਿ ਜਿਨ੍ਹਾਂ ਧਰਮ ਵਾਸਤੇ ਜਾਨ ਦਿੱਤੀ, ਬੰਦ ਕਟਵਾਏ, ਸੀਸ ਵਾਰਿਆ, ਚਰਖੜੀਆਂ ਤੇ ਚੜੇ, ਜਿਨ੍ਹਾਂ ਨੇ ਇਹ ਕਾਰਨਾਮੇ ਕੀਤੇ, ਉਹਨਾਂ ਨੇ ਗੁਰੂ ਗਿਆਨ ਨੂੰ ਆਪਣੇ ਜੀਵਨ ਵਿੱਚ ਵਸਾਇਆ, ਵਿਚਾਰਿਆ ਤੇ ਫਿਰ ਇਹ ਕਾਰਨਾਮੇ ਉਹਨਾਂ ਨੇ ਕੀਤੇ। ਪ੍ਰੋਫੈਸਰ ਸਾਹਿਬ, ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਾਂ ਅਸੀਂ ਸਿੱਖ ਕੌਮ ਜਿੱਥੇ ਵੀ ਕਦੇ ਕਿਤੇ ਵੱਸਦੀ ਆ, ਸਿੱਖ ਪੰਥ ਕਦੇ ਆਜ਼ਾਦ ਸੋਚ ਵਾਲਾ ਪੰਥ ਲੋਕ ਸੀਗੇ। ਪਰ ਅੱਜ ਅਸੀਂ ਜ਼ਿਆਦਾਤਰ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਲੋਕ ਆ। ਪੰਜਾਬ ਵਿੱਚ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ ਤੇ ਜਿਸ ਪੰਜਾਬ ਦੀ ਇੱਥੇ ਆ ਕੇ ਡੇਰੇਦਾਰ ਗੱਲ ਕਰਦੇ ਆ ਕਿ ਅਸੀਂ ਇੱਕ ਪਿੰਡ ਵਿੱਚ 5-5 ਹਜ਼ਾਰ ਲੋਕਾਂ ਨੂੰ, ਨੌਜਵਾਨਾਂ ਨੂੰ ਅੰਮ੍ਰਿਤ ਛਕਾ ਦਿੱਤਾ, ਉਹ ਦੇਖਣ ਨੂੰ ਕਿਤੇ ਸਾਨੂੰ ਨਹੀਂ ਮਿਲਦੇ। ਤੇ ਇਸ ਡੇਰੇਵਾਦ ਵਧਣ ਦਾ ਜ਼ਿੰਮੇਵਾਰ ਕੌਣ? ਕਿਸ ਨੂੰ ਜ਼ਿੰਮੇਵਾਰ ਤੁਸੀਂ ਸਮਝਦੇ ਹੋ? ਇਹ ਡੇਰੇਵਾਦ ਵਧਣ ਦੇ ਦੋ ਚੀਜ਼ਾਂ ਜ਼ਿੰਮੇਵਾਰ ਨੇ। ਇੱਕ ਤੇ ਸਾਡੀ ਅਗਿਆਨਤਾ, ਇੱਕ ਅਗਿਆਨਤਾ ਨੂੰ ਬਰਾਬਰ ਬਣਾਈ ਰੱਖਣ ਵਾਲੇ ਲੋਕ। ਮਸਲਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਬਣਾਈ ਗਈ ਸੀ ਕਿ ਉਹ ਧਰਮ ਪ੍ਰਚਾਰ ਕਰੇ, ਜਿਹੜੀ ਅੱਜ ਕੇਵਲ ਤੇ ਕੇਵਲ ਧੜਾ ਪ੍ਰਚਾਰ ਤੇ ਸਿਆਸੀ ਪ੍ਰਚਾਰ ਤੇ ਲੱਗੀ ਹੋਈ ਹੈ। ਸਾਡਾ ਅਰਬਾਂ ਦਾ ਬਜਟ, ਅੱਜ 6 ਅਰਬ ਦੇ ਕਰੀਬ ਦਾ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਕਿਸੇ ਸਟੇਟ ਦਾ ਤੋਂ ਜ਼ਿਆਦਾ ਹੈ, ਘੱਟ ਨਹੀਂ। ਇੰਨੇ ਬਜਟ ਹੋਣ ਦੇ ਬਾਵਜੂਦ ਅੱਜ ਪੰਜਾਬ ਦੀ ਧਰਤੀ ਤੇ ਦਸਤਾਰ ਵਾਲੇ ਬੱਚੇ ਗਿਣੇ ਮਿੱਥੇ ਮਿਲਦੇ ਨੇ, ਔਰ ਜਿਹੜੇ ਮਿਲਦੇ ਵੀ ਨੇ ਉਹਨਾਂ ਨੂੰ ਫਿਰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਕੁਝ ਕੁ 5-4% ਜਾਂ 6% ਗੁਰਮਤਿ ਗਿਆਨ ਕਰਕੇ ਬਹੁਤਾਤ ਅੱਜ ਪੰਜਾਬ ਵਿੱਚ ਉਸ ਕਿਸਮ ਦਾ ਤੁਹਾਨੂੰ ਮਿਲਦਾ ਹੈ ਜਿਹਨੂੰ ਉਹ ਕਾਗਜ਼ ਦੇ ਫੁੱਲਾਂ ਵਾਂਗੂ ਰਾਤੋਂ ਰਾਤ ਕਹਿੰਦਾ ਨੀਲੀ ਪੱਗ ਬੰਨ ਲੈ, ਉਤੋਂ ਦੀ ਕਿਰਪਾਨ ਪਾ ਲਾ, ਚੱਲ ਤੂੰ ਜ਼ਿੰਦਾਬਾਦ ਮੁਰਦਾਬਾਦ ਸਾਡੇ ਮਗਰ ਕਈ ਚੱਲ। ਉਹਨੂੰ ਪਰਮਿਟ ਦੇ ਆਉਣ ਵਾਲੇ ਕਿਸੇ ਅਹੁਦੇ ਦੀ ਝਾਕ ਦੇ ਕੇ ਉਹਨੂੰ ਆਪਦੇ ਮਗਰ ਤੋਰਿਆ ਹੋਇਆ। ਕੀ ਇਹੋ ਜਿਹੇ ਬੱਚੇ ਸਿੱਖੀ ਕਿਰਦਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਕੋਈ ਸਹਾਇਕ ਹੋ ਸਕਣਗੇ? ਔਰ ਸਾਡੇ ਸਾਹਮਣੇ ਇਹੋ ਜਿਹੀਆਂ ਕਹਾਣੀਆਂ ਨੇ। ਉਹ ਲੋਕ ਜਿਨ੍ਹਾਂ ਨੇ ਸਿੱਖੀ ਦਾ ਘਰ ਬਣਾਉਣ ਵਾਸਤੇ, ਖਾਲਸੇ ਦਾ ਘਰ ਬਣਾਉਣ ਵਾਸਤੇ ਆਪਣੇ ਆਪ ਨੂੰ ਜੇਲ੍ਹਾਂ ਵਿੱਚ ਵੀ ਰੱਖਿਆ, ਆਪਣੇ ਆਪ ਨੂੰ ਆਗੂ ਵੀ ਮੰਨਿਆ, ਅੱਜ ਉਹੋ ਹੀ ਲੋਕ ਆਗੂ ਅਖਵਾਉਣ ਵਾਲੇ, ਮੈਂ ਨਾਮ ਨਾ ਲਵਾਂ ਤੇ ਸਾਰੀ ਕੌਮ ਨੂੰ ਪਤਾ, ਸਭ ਨੇ ਵੇਖਿਆ, ਵੈਬਸਾਈਟਾਂ ਤੇ ਵੀ ਦੇਖਿਆ, ਟੀਵੀ 'ਚ ਵੀ ਦੇਖਿਆ, ਉਹੋ ਹੀ ਲੋਕ ਆਗੂ ਅਖਵਾਉਣ ਵਾਲੇ ਅੱਜ ਦੇਵੀ ਦੇ ਮੰਦਿਰਾਂ ਵਿੱਚ ਗਲ ਵਿੱਚ ਲਾਲ ਚੁੰਨੀਆਂ ਪਾ ਕੇ ਉੱਥੇ ਭੇਟਾਂ ਪਗਾਉਂਦੇ ਨੇ। ਤੋ ਇਹ ਸਾਰਾ ਜਿਹੜਾ ਬਦਲਾਅ ਹੈ ਇਸੇ ਲਈ ਹੈ ਕਿਉਂਕਿ ਬਾਣੀ ਵਿੱਚੋਂ ਸਿੱਖੀ ਨਹੀਂ ਨਿਕਲ ਰਹੀ। ਕੇਵਲ ਤੇ ਕੇਵਲ ਬਾਣੀ ਦੀ ਬਜਾਏ ਬਾਣੇ ਨਾਲ ਉਹ ਕਾਗਜ਼ ਦੇ ਫੁੱਲ ਬਣੇ ਹੋਏ। ਸਿੰਘ ਸਾਹਿਬ, ਇਹ ਜਿਹੜੇ ਸਾਡੀ ਕੌਮ ਦੇ ਲੀਡਰ ਅਸੀਂ ਕਹਿ ਦਿੰਦੇ ਆ ਉਹਨਾਂ ਨੂੰ, ਕੀ ਉਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੇ ਆ? ਉਹਨਾਂ ਨੂੰ ਇਹ ਪਤਾ? ਅਕਸਰ ਆਮ ਮਨੁੱਖ ਇਹ ਸੋਚਦਾ ਕਿ ਤੁਸੀਂ ਜੋ ਜਾਣਦੇ ਹੁੰਦੇ ਉਹੀ ਕਰਦੇ ਹੋ। ਕੀ ਉਹ ਅਗਿਆਨੀ ਸੱਚਮੁੱਚ ਗਿਆਨੀ ਹਨ ਜਾਂ ਜਾਣ ਬੁੱਝ ਕੇ ਉਹ ਕੌਮ ਨੂੰ ਗੁੰਮਰਾਹ ਕਰਨ ਤੇ ਤੁਲੇ ਹੋਏ ਆ? ਉਹਦੇ ਦੋਵੇਂ ਕਾਰਨ ਨੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਗੱਲ ਕਹੀ ਹੈ, ਕਹਿੰਦੇ ਨੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰੇ। ਖੁਸ਼ੀ ਕਿਵੇਂ ਮਿਲੇ? ਕਿਉਂਕਿ ਹੱਥ ਵਿੱਚ ਦੀਵਾ ਫੜ ਕੇ ਦੇਖਦਾ ਹੋਇਆ ਕਿ ਸਾਹਮਣੇ ਖੂਹ ਹੈ, ਉਹਦੇ ਵਿੱਚ ਛਾਲ ਮਾਰ ਰਿਹਾ ਹੈ। ਇਹਦੇ 'ਚ ਹੁਣ ਦੇਖਣਾ ਹੈ ਦੋਨੋਂ ਕਾਰਨ ਕਿਵੇਂ ਨੇ।
ਇੱਕ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਹੋਏ ਨੇ। ਪਹਿਲੂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਜਿਹੜਾ ਸੀ, ਸੱਚ ਜਿਹੜਾ ਸੀ, ਉਹ ਹਿਰਦੇ ਤੇ ਪ੍ਰਭਾਵਿਤ ਨਹੀਂ ਹੋਇਆ। ਸੱਚ ਨਾਲ ਉਹਨਾਂ ਦਾ ਪਿਆਰ ਨਹੀਂ ਪੈਦਾ ਹੋਇਆ। ਇੱਕ ਪੱਖ ਉਹਨਾਂ ਦਾ ਆ ਕਮਜ਼ੋਰ ਹੈ। ਦੂਜਾ ਇਹ ਕਿ ਉਹਨਾਂ ਦੇ ਅੰਦਰ ਸਿਆਸੀ ਭੁੱਖ ਇੰਨੀ ਵੱਧ ਗਈ ਹੈ, ਰਾਜਨੀਤਿਕ ਭੁੱਖ ਇੰਨੀ ਵੱਧ ਗਈ ਹੈ ਕਿ ਉਹ ਕਹਿੰਦੇ ਨੇ ਧਰਮ ਦੀ ਵੈਲਿਊ ਉਹਨਾਂ ਦੇ ਮਨ ਅੰਦਰ ਬਣੀ ਨਹੀਂ, ਸਿਆਸੀ ਭੁੱਖ ਵੱਧ ਗਈ ਹੈ। ਇਸ ਲਈ ਜਿਹੜੀ ਅਨਵੈਲਿਊ ਚੀਜ਼ ਹੋਵੇ ਉਹਨੂੰ ਮਨੁੱਖ ਦੂਜੇ ਤੋਂ ਵੈਲਿਊ ਵਾਲੀ ਚੀਜ਼ ਤੋਂ ਕੁਰਬਾਨ ਕਰ ਦਿੰਦਾ। ਇਸੇ ਲਈ ਉਹ ਧਰਮ ਨੂੰ ਸਿਆਸਤ ਤੋਂ ਕੁਰਬਾਨ ਕਰ ਰਹੇ ਨੇ। ਇਹ ਸਾਡੇ ਸਾਹਮਣੇ ਆਮ ਜੀਵਨ ਵਿੱਚ ਅਸੀਂ ਵੇਖ ਰਹੇ ਹਾਂ। ਧਰਮ ਤੋਂ ਸਿਆਸਤ ਤੋਂ ਧਰਮ ਕੁਰਬਾਨ ਇਉਂ ਹੋ ਰਿਹਾ। ਕੋਈ ਵਕਤ ਸੀ ਜਦੋਂ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੇ ਧਰਮ ਲਈ ਆਪਣੇ ਪਰਿਵਾਰ ਬਾਰੇ ਸੀ, ਅੱਜ ਪਰਿਵਾਰ ਲਈ ਅਸੀਂ ਧਰਮ ਵਾਰ ਰਹੇ ਹਾਂ। ਸੋ ਇਸ ਲਈ ਸਾਨੂੰ ਇਸ ਜਾਗਰਤੀ ਦੀ ਲੋੜ ਹੈ ਕਿ ਧਰਮ ਦੀ ਆਪਣੀ ਵੈਲਿਊ ਹੈ। ਹਾਂਜੀ, ਧਰਮ ਕਰਾਏ ਕਰਮ ਧੁਰੋਂ ਫਰਮਾਇਆ। ਸਤਿਗੁਰੂ ਕਹਿੰਦੇ ਨੇ ਕਰਮ ਉਹ ਜਿਹੜਾ ਧਰਮ ਕਰਾਏ। ਧਰਮ ਦੀ ਅਗਵਾਈ ਵਿੱਚ ਜੀਵਨ ਕਰਮ ਕਰਨਾ ਹੈ, ਨਾ ਕਿ ਕਰਮ ਦੀ ਅਗਵਾਈ ਵਿੱਚ ਅਸੀਂ ਧਰਮ ਨੂੰ ਲਿਆਉਣਾ ਹੈ। ਅੱਜ ਸਾਡੀ ਹਾਲਤ ਇਹ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਕਰਨਾ, ਧਰਮ ਨੂੰ ਉਹਦੇ ਅਨੁਕੂਲ ਬਣਾ ਲੈਣਾ। ਬਿਲਕੁਲ ਬਿਲਕੁਲ। ਪਰ ਸਾਹਿਬ, ਬਹੁਤ ਸਾਰੇ ਜਵਾਬ ਤੇ ਹੋਰ ਸਵਾਲ ਇਸ ਗੱਲਬਾਤ ਤੋਂ ਬਾਅਦ ਬਾਹਰ ਆ ਰਹੇ ਆ। ਇੱਕ ਸਭ ਤੋਂ ਵੱਡਾ ਕਿ ਗੁਰੂ ਗ੍ਰੰਥ ਸਾਹਿਬ ਦਾ ਪੰਥ ਆ ਜਿਸ ਦੇ ਵਿੱਚ ਅਸੀਂ ਸ਼ਾਮਲ ਹੋਣਾ। ਇੱਕ ਪੰਥ ਹੈ, ਮੈਂ ਕਹਿ ਸਕਦਾ ਕਿ ਕਾਲਕਾ ਪੰਥ। ਗੁਰੂ ਗ੍ਰੰਥ ਦੇ ਪੰਥ ਤੇ ਕਾਲਕਾ ਪੰਥ ਦੇ ਵਿੱਚ ਕੁਝ ਮੁੱਢਲੇ ਜਿਹੜੇ ਫਰਕ ਆ, ਤੁਸੀਂ ਅੱਜ ਸਾਡੀ ਸੰਗਤ ਨਾਲ ਉਹਨਾਂ ਤੇ ਚਾਨਣਾ ਪਾਉਣਾ ਚਾਹੋਗੇ? ਬੜੀ ਸਪਸ਼ਟ ਕਾਲਕਾ ਪੰਥ ਅਸੀਂ ਨਾਂ ਉਹਨਾਂ ਦਾ ਦਿੱਤਾ ਹੀ ਕਿਉਂ ਹੈ? ਪਹਿਲਾਂ ਤਾਂ ਜਿੱਥੇ ਇਹ ਪ੍ਰਚਾਰਿਆ ਜਾਂਦਾ ਹੋਵੇ ਮਾਂ ਕਾਲ ਕਾਲਕਾ ਆਰਾਧੀ, ਕਾਲਕਾ ਦਾ ਪੁਜਾਰੀ ਹੋਵੇ। ਔਰ ਮੈਨੂੰ ਦੁੱਖ ਹੈ ਗੁਰੂ ਦਸਮ ਪਾਤਸ਼ਾਹ ਜੀ ਵਰਗੀ ਸਿਧਾਂਤਕ ਤੇ ਪਵਿੱਤਰ ਸ਼ਖਸੀਅਤ ਨੂੰ ਅਸੀਂ ਕਾਲਕਾ ਆਰਾਧਨ ਤੇ ਦੇਵੀ ਦੇਵਤਿਆਂ ਦੀ ਆਰਾਧਨਾ ਵਿੱਚ ਲਾ ਦਿੱਤਾ, ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਕਲਮ ਵੀ ਫੜਦੇ ਨੇ। ਮੈਨੂੰ ਤਾਂ ਦੁੱਖ ਹੈ, ਮੈਂ ਕਿਸ ਮੂੰਹ ਨਾਲ ਆਖਾਂ ਕਿ ਇਹ ਇਸ ਗ੍ਰੰਥ ਨੂੰ ਗੁਰੂ ਦਸਮ ਪਾਤਸ਼ਾਹ ਜੀ ਦੀ ਕਿਰਤ ਹੈ, ਔਰ ਕਿਸ ਮੂੰਹ ਨਾਲ ਇਹ ਲੋਕ ਆਖਦੇ ਨੇ ਕਿ ਇਹਦਾ ਅੱਖਰ ਅੱਖਰ ਜੀ ਗੁਰੂ ਦਸਮ ਪਾਤਸ਼ਾਹ ਜੀ ਦਾ ਲਿਖਿਆ ਹੋਇਆ। ਪਿਛਲੇ ਦਿਨਾਂ 'ਚ ਆਪਣੇ ਵੈਨਕੂਵਰ ਤੋਂ ਸ਼ੇਰੇ ਪੰਜਾਬ ਰੇਡੀਓ ਤੇ ਕੁਲਦੀਪ ਸਿੰਘ ਨੇ ਟਾਕ ਸ਼ੋ ਕੀਤਾ। ਉਹਦੇ ਵਿੱਚ ਬੜਾ ਸੁੰਦਰ ਇੱਕ ਮਸਲਾ ਆ ਗਿਆ ਸੀ ਕਿ ਇਹ ਸੱਚ ਹੈ ਜੋ ਕੁਝ ਹੈ। ਹਾਂਜੀ, ਕਿ ਜੇ ਕਿ ਸੱਚ ਹੈ ਤਾਂ ਫਿਰ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਉਹਨਾਂ ਲਿਖਿਆ ਤੇ ਉਹ ਇਹ ਲਿਖਣਾ ਕਿਵੇਂ ਭੁੱਲ ਗਏ? ਮੈਂ ਆਪਣੀ ਕਥਾ ਬਖਾਨੋਂ ਕਹਿਣ ਲੱਗਿਆ ਉਹ 2 ਯੁੱਗ ਪਿੱਛੇ ਤੇ ਚਲੇ ਗਏ ਵੀ ਮੈਂ ਆਪਣੀ ਕਥਾ ਦੱਸਾਂ ਵੀ ਮੈਂ ਕਿੰਦਾ ਪੁੱਤਰ ਹਾਂ, ਮੇਰੇ ਦਾਦੇ ਪੜਦਾਦੇ ਕੌਣ ਸਨ, ਮੈਂ ਰਾਮਦੇਵ ਦੀ ਸੰਤਾਨ ਵਿੱਚ, ਮੈਂ ਲਵ ਕੁਸ਼ ਦੀ ਸੰਤਾਨ ਵਿੱਚ। 2 ਯੁੱਗ ਪਿੱਛੇ ਚਲੇ ਗਏ। ਤੇ ਆਪਣੇ ਟਾਈਮ ਅੰਦਰ ਜਿਹੜਾ ਉਹਨਾਂ ਨੇ ਸਭ ਤੋਂ ਵੱਡਾ ਕੰਮ ਕੀਤਾ ਉਹ ਸੀ ਸਿੱਖਾਂ ਦੀ ਝੋਲੀ ਅੰਮ੍ਰਿਤ ਪਾਉਣਾ, ਖਾਲਸੇ ਦੀ ਸਾਜਨਾ ਕਰਨਾ। ਇਹ ਉਹਨਾਂ ਨੇ ਆਪਣੇ ਗ੍ਰੰਥ ਵਿੱਚ ਨਾ ਲਿਖਿਆ। ਜੇ ਉਹਨਾਂ ਦਾ ਗ੍ਰੰਥ ਹੈ, ਮੈਂ ਤੇ ਉਹਨਾਂ ਦਾ ਗ੍ਰੰਥ ਨਹੀਂ ਮੰਨਦਾ, ਪਰ ਜੇ ਉਹਨਾਂ ਦਾ ਗ੍ਰੰਥ ਇਹ ਕਹਿੰਦੇ ਨੇ ਤਾਂ ਇਹਨਾਂ ਕੋਲ ਕੋਈ ਪੁੱਛੇ ਵੀ ਅੰਮ੍ਰਿਤ ਸਾਜਣ ਦਾ ਇਹਨਾਂ ਨੇ ਕਿਉਂ ਨਹੀਂ ਕੀਤਾ। ਦੂਜਾ ਸਵਾਲ ਉੱਥੇ ਜਿਹੜਾ ਆਇਆ ਸੀ ਉਹ ਇਹ ਸੀ, ਆਪਣੇ ਸ਼੍ਰੀ ਪੰਜਾਬ ਰੇਡੀਓ ਤੇ ਉਹਨਾਂ ਨੇ ਸਵਾਲ ਕੀਤਾ ਸੀ ਕਿ ਪੀਰ ਬੁੱਧੂ ਸ਼ਾਹ ਭੰਗਾਣੀ ਦਾ ਯੁੱਧ ਲਿਖ ਰਿਹਾ ਹੈ, ਪਰ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਕੋਈ ਨਹੀਂ, ਜਿਹਦੀ ਸਭ ਤੋਂ ਵੱਡੀ ਸੇਵਾ ਹੈ, ਜਿਹਦੀ ਸਭ ਤੋਂ ਵੱਡੀ ਕੁਰਬਾਨੀ ਹੈ। 2 ਪੁੱਤਰ ਵੀ ਸ਼ਹੀਦ ਕਰਾਏ, 700 ਮੁਰੀਦ ਵੀ ਸ਼ਹੀਦ ਕਰਾਇਆ। ਬਦਲੇ ਵਿੱਚ ਸਿੱਖੀ ਪਿਆਰ ਤੇ ਗੁਰੂ ਦਸਮ ਪਾਤਸ਼ਾਹ ਜੀ ਦੇ ਸਰੀਰਕ ਤੌਰ ਤੇ ਵੀ ਇੰਨਾ ਪਿਆਰ ਜਿਤਲਾਉਂਦੇ ਆਖਿਆ ਜੀ ਮੈਨੂੰ ਕੰਘਾ ਤੇ ਕੇਸ ਦੇ ਦਿਓ। ਇਸ ਕਿਸਮ ਦੀ ਕੁਰਬਾਨੀ ਵਾਲੇ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਭੁੱਲ ਗਏ। ਉੱਥੇ ਸਵਾਲ ਸੀ, ਇਸ ਵਾਸਤੇ ਭੁੱਲ ਗਏ। ਤੇ ਜਵਾਬ ਦੇਣ ਵਾਲਾ ਕਿਹੜਾ ਅਲੜ ਸੀ ਮੈਂ ਸਮਝਦਾ। ਅੱਗੋਂ ਜਵਾਬ ਦਿੰਦਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਗਾਹ ਨਹੀਂ ਚੜੀ ਹੋਣੀ, ਉਹ ਸਾਹਮਣੇ ਉਹਨੇ ਵੇਖਿਆ ਨਹੀਂ ਹੋਣਾ, ਉਹ ਤਾਂ ਉਹੋ ਹੀ ਲਿਖਦੇ ਸਨ ਜੋ ਕੁਝ ਉਹ ਵੇਖਦੇ ਸਨ, ਉਹਨਾਂ ਵੇਖਿਆ ਨਹੀਂ ਹੋਣਾ। ਤੇ ਉੱਥੇ ਸਵਾਲ ਬੜਾ ਖੂਬਸੂਰਤ ਸੀ, ਜੇ ਵੇਖ ਕੇ ਹੀ ਲਿਖਦੇ ਸਨ ਤਾਂ ਇਹਦਾ ਮਤਲਬ 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਣਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਕ੍ਰਿਸ਼ਮਾ ਹੈ, ਕਿ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਅੱਖਾਂ ਬੰਦ ਕਰੀਆਂ ਵੇਖਿਆ ਨਹੀਂ।
ਇੱਕ ਨਹੀਂ ਹੋ ਸਕਦਾ, ਬਿਲਕੁਲ, ਬਿਲਕੁਲ। ਉਹਦਾ ਜ਼ਿਕਰ ਵੀ ਹੈ ਨਹੀਂ, ਉਹਦਾ ਜ਼ਿਕਰ ਨਹੀਂ ਹੈ। ਉਹਦਾ ਜ਼ਿਕਰ ਪਰ ਸਾਹਿਬ ਇਸ ਵਿੱਚ ਮੈਂ ਇੱਕ ਹੋਰ ਐਡ ਕਰ ਦਵਾਂ ਇਸ ਗੱਲ ਦੇ ਵਿੱਚ ਕਿ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਹੌਲੀ ਹੌਲੀ ਪੰਜਾਬ ਵੱਲ ਆਉਣ ਦੀ ਸ਼ੁਰੂਆਤ ਕੀਤੀ ਤਾਂ ਇਸ ਇਲਾਕੇ ਦੇ ਵਿੱਚ ਜਿਹੜੀਆਂ ਵੱਖ-ਵੱਖ ਮਿਸਲਾਂ ਸਨ ਜਾਂ ਸਿੱਖ ਸਨ, ਉਹ ਕਿਸੇ ਵੀ ਤਰ੍ਹਾਂ ਦੇ ਵਿਚਿੱਤਰ ਨਾਟਕ ਜਾਂ ਇਸ ਗ੍ਰੰਥ ਦੇ ਨਾਂ ਤੋਂ ਵਾਕਿਫ ਨਹੀਂ ਸਨ, ਉਹਨਾਂ ਕੋਲ ਨਹੀਂ ਸਨ ਉਹ ਗ੍ਰੰਥ। ਇਹ ਇਤਿਹਾਸਿਕ ਪ੍ਰਮਾਣ ਸਾਡੇ ਕੋਲ ਮੌਜੂਦ ਆ। ਨਹੀਂ ਵੀਰ ਜੀ, ਮੈਂ ਤੇ ਅੱਜ ਹੈਰਾਨ ਹੁੰਨਾ, ਅਖੌਤੀ ਜਥੇਦਾਰ ਇਹ ਲਫ਼ਜ਼ ਕਹਿੰਦਾ ਹੈ ਕਿ ਜੇ ਸੰਤ ਬਣਨਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਜੇ ਸਿਪਾਹੀ ਬਣਨਾ ਹੋਵੇ ਤਾਂ ਇਹ ਗ੍ਰੰਥ ਦਸਮ ਗ੍ਰੰਥ ਪੜ੍ਹਨਾ ਹੀ ਪਵੇਗਾ, ਦੀ ਭਾਵਨਾਵਾਂ ਧਾਰਨ ਕਰਨੀਆਂ ਪੈਣਗੀਆਂ। ਬਕਾਇਦਾ ਵੀਡੀਓ ਟੇਪ ਬਣੀ ਹੋਈ ਹੈ, ਜਿੱਥੇ ਕੋਈ ਵੀਰ ਚਾਹੇ ਮੈਂ ਦਿਖਾ ਸਕਣਾ। ਇਹ ਕਹਿੰਦਾ ਹੈ, ਪਰ ਪੁੱਛਣ ਵਾਲੀ ਕੋਈ ਗੱਲ ਹੋਵੇ ਤਾਂ ਇਹ ਸਿਪਾਹੀ ਸੰਤ ਸਿਪਾਹੀ ਦਾ ਕਨਸੈਪਟ ਤਾਂ ਸਮਾਜਿਕ ਤੌਰ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦਿੱਤਾ, ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੇਲੇ ਕਿਹੜਾ ਦਸਮ ਗ੍ਰੰਥ ਸੀ? ਉਹ ਕਿਸ ਤਰ੍ਹਾਂ ਸੀ? ਤੇ ਗੁਰੂ ਹਰਰਾਏ ਸਾਹਿਬ ਨੇ ਜੰਗ ਲੜੇ ਨੇ, ਉਹ ਕਿਹੜਾ ਕਨਸੈਪਟ ਸੀ? ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਹੀ ਤਿਆਗਮਲ ਤੋਂ ਤੇਗ ਬਹਾਦਰ ਇਸ ਲਈ ਪੜਿਆ ਵੀ ਤੇਗ ਬਚਪਨ ਚ ਵਾਈ, ਤਾਂ ਉਹ ਕਿਹੜਾ ਕਿੱਥੋਂ ਵੀਰ ਰਸ ਸੀ? ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹ ਵੀਰ ਰਸ ਭੁੱਲ ਗਿਆ ਤੇ ਉਹਨਾਂ ਨੂੰ ਕਿਸੇ ਹੋਰ ਦੇਵੀ ਦੇਵਤਿਆਂ ਦੇ ਵੀਰ ਰਸ ਦੀਆਂ ਕਹਾਣੀਆਂ ਲਾਉਣੀਆਂ ਪਈਆਂ ਕਿਸੇ ਨੂੰ ਵੀਰ ਰਸ ਦੇਣ ਲਈ। ਤਾਂ ਕਿੰਨੀ ਮਨਘੜਤ ਜੀਆਂ ਦਲੀਲਾਂ ਦੇ ਕੇ ਉਸ ਗ੍ਰੰਥ ਨੂੰ ਸਾਡੇ ਵਿੱਚ ਵਾੜਿਆ ਜਾ ਰਿਹਾ। ਪਰ ਸਾਹਿਬ, ਲੋਕਾਂ ਦੀ ਸੰਗਤ ਦੀ ਸੋਚ ਤੇ ਤਰਸ ਵੀ ਆਉਂਦਾ ਕਿ ਦਸਮ ਸ਼ਬਦ ਸਿਰਫ ਸੁਣ ਕੇ ਉਹ ਭਾਵਕ ਬਸ ਹੋ ਕੇ ਅਗਿਆਨੀ ਹੋ ਕੇ ਇਹਨਾਂ ਲੋਕਾਂ ਦੇ ਪਿੱਛੇ ਲੱਗ ਜਾਂਦੇ ਹਨ। ਮੈਂ ਬੇਨਤੀ ਕਰਾਂਗਾ ਉਹਨਾਂ ਵੀਰਾਂ ਭੈਣਾਂ ਨੂੰ ਕਿ ਬਹੁਤ ਸਾਰੀਆਂ ਵੈਬਸਾਈਟਸ ਹਨ ਜਿੱਥੇ ਜੇਕਰ ਤੁਸੀਂ ਚਾਹੋ ਖੁਦ ਇਸ ਗ੍ਰੰਥ ਨੂੰ ਤੁਸੀਂ ਜਾ ਕੇ ਪੜ੍ਹੋ, ਕਿਉਂਕਿ 99% ਲੋਕਾਂ ਨੇ ਇਸ ਗ੍ਰੰਥ ਨੂੰ ਖੁਦ ਨਹੀਂ ਪੜ੍ਹਿਆ ਹੁੰਦਾ। ਉਹ ਸਿਰਫ ਕਿਸੇ ਡੇਰੇਦਾਰ ਦੇ ਪਿੱਛੇ ਲੱਗ ਕੇ ਹਾ ਦੇ ਨਾਅਰੇ ਮਾਰਦੇ ਹਨ ਤੇ ਉਹਨਾਂ ਦੀ ਆਪਣੀ ਅਗਿਆਨਤਾ ਕਾਰਨ ਉਹ ਬਹੁਤ ਵੱਡੀ ਭੁੱਲ ਦੇ ਵਿੱਚ ਹਨ, ਤੇ ਜੇ ਉਹ ਪੜ੍ਹ ਲੈਣ ਤਾਂ ਉਹਨਾਂ ਦੀ ਉਹ ਅਗਿਆਨਤਾ ਜ਼ਰੂਰ ਦੂਰ ਹੋ ਸਕਦੀ ਹੈ। ਪ੍ਰੋਫੈਸਰ ਸਾਹਿਬ, ਹੁਣ ਅਖੀਰਲਾ ਸਵਾਲ, ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇੰਨਾ ਸਮਾਂ ਸਾਨੂੰ ਦੇ ਰਹੇ ਹੋ। ਇਹ ਜਿਹੜਾ ਹੁਣ ਸਾਰਾ ਇਹ ਮੁੱਦਾ ਚੱਲਿਆ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੁਸੀਂ ਨਹੀਂ ਗਏ, ਆਪਾਂ ਉਸ ਬਾਰੇ ਗੱਲਬਾਤ ਕੀਤੀ, ਇਸ ਮੁੱਦੇ ਦਾ ਹੱਲ ਕੀ ਆ? ਆਪਾਂ ਕੌਮ ਆਪਣੀ ਜਿਹੜੀ ਇਸ ਦੇ ਵਿੱਚੋਂ ਆਪਾਂ ਬਾਹਰ ਆ ਕੇ ਚੜ੍ਹਦੀ ਕਲਾ ਵਾਲੇ ਪਾਸੇ ਕਿਸ ਤਰ੍ਹਾਂ ਆਪਾਂ ਜਾ ਸਕਦੇ ਹਾਂ? ਸੋ ਇੱਕ ਤਾਂ ਕੌਮ ਦੀ ਜਾਗਰਤੀ ਹੀ ਇਸ ਮੁੱਦੇ ਦਾ ਹੱਲ ਹੈ। ਇਹ ਚਾਹੁੰਦੇ ਨੇ ਕਿ ਲੋਕ ਜਾਗਣ ਨਾ, ਪੜ੍ਹਨ ਨਾ, ਅਸੀਂ ਇਉਂ ਦਾ ਤਿਉਂ ਬੰਦ ਕਮਰਿਆਂ ਰਾਹੀਂ ਤੇ ਬੰਦ ਅੱਖਾਂ ਰਾਹੀਂ ਇਹ ਜ਼ਹਿਰ ਫੈਲਾਈ ਜਾਈਏ। ਅਸੀਂ ਕਹਿੰਦੇ ਹਾਂ ਕੌਮ ਜਾਗੇ, ਆਪ ਸਮਝੇ। ਪਹਿਲਾ ਹੱਲ ਤਾਂ ਇਹ ਹੈ ਕਿ ਕੌਮ ਦੀ ਜਾਗਰਤੀ। ਜਿੱਥੋਂ ਤੱਕ ਸਾਡਾ ਆਪਸੀ ਫੈਸਲੇ ਦਾ ਬੜਾ ਸਿੰਪਲ ਸੀ। ਜਿਸ ਦਿਨ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਪੇਸ਼ ਹੋਣ ਗਿਆ, ਉਸ ਦਿਨ ਵੀ ਉਸੇ ਦਿਨ ਦੇ ਸੇਮ ਦਿਨ ਦਾ ਤੁਸੀਂ ਸਪੋਕਸਮੈਨ ਕਢਾ ਕੇ ਵੇਖ ਲਓ, ਉਹਦੇ 'ਚ ਮੈਂ ਇਸ਼ਤਿਹਾਰ ਇੱਕ ਦਿੱਤਾ ਸੀ ਵੀ ਇਹਦਾ ਹੱਲ ਕੀ ਹੈ। ਉਹਦੇ ਵਿੱਚ ਬੜੇ ਲਫ਼ਜ਼ ਕਲੀਅਰ ਸਨ। ਇੱਕ ਤਾਂ ਇਹ ਗੱਲ ਸਾਰਿਆਂ ਨੂੰ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਹੈ, ਦੂਜਾ ਗੁਰੂ ਨਹੀਂ। ਇਸ ਲਈ ਇਹਦਾ ਪ੍ਰਕਾਸ਼ ਬਰਾਬਰੋਂ ਹਟਾ ਦਿਓ। ਦੂਜਾ ਇਹ ਕਿ ਕਿਉਂਕਿ ਗੱਦੀ ਗੁਰਗੱਦੀ ਨਹੀਂ ਦਿੱਤੀ ਗਈ, ਇਸ ਲਈ ਇਹ ਗ੍ਰੰਥ ਗੁਰੂ ਨਹੀਂ, ਇਹਦੇ ਟਾਈਟਲ ਤੋਂ ਗੁਰੂ ਸ਼ਬਦ ਹਟਾ ਦਿਓ। ਲੋ ਆਹ ਦੋ ਚੀਜ਼ਾਂ, ਬੜਾ ਸਰਲ ਸਿੰਪਲ ਇੱਕ ਹੱਲ ਹੈ। ਇਹ ਦੋ ਚੀਜ਼ਾਂ ਹਟਾ ਦੇਣ ਤੇ ਜਿਹੜੀ ਰਚਨਾਵਾਂ ਦਾ ਮਸਲਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਰਚਨਾ ਨਹੀਂ ਹੋ ਸਕਦੀ। ਹਾਂ, ਰਚਨਾਵਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਨਾਲ ਮਿਲਦੀਆਂ ਹੋਣ, ਉਹ ਤੁਸੀਂ ਫਿਰ ਵਿਦਵਾਨਾਂ ਦਾ ਇਕੱਠ ਬਣਾ ਲਓ, ਉਹਦੇ 'ਚ ਸਾਰਾ ਦਸਮ ਗ੍ਰੰਥ ਰੱਖ ਦਿਓ। ਜਿਹੜੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਵਿਦਵਾਨ ਫੈਸਲਾ ਕਰਦੇ ਨੇ, ਉਹਨਾਂ ਨੂੰ ਵੱਖਰੀ ਪੋਥੀ ਬਣਾ ਕੇ ਸੰਭਾਲ ਲਓ। ਜਿਹੜੀਆਂ ਪ੍ਰਤੀਕੂਲ ਨੇ ਉਹ ਕੱਢ ਦਿਓ। ਉਹ ਤੇ ਬਹੁਤ ਸਾਰੇ ਫੈਸਲੇ ਹੋ ਵੀ ਚੁੱਕੇ ਨੇ, ਕੱਢ ਦਿਓ। ਤੇ ਬੜਾ ਆਸਾਨ ਜਿਹਾ ਫੈਸਲਾ ਹੈ, ਦੋਵੇਂ ਪੱਖ ਸੰਤੁਸ਼ਟ ਹੋ ਜਾਂਦੇ ਨੇ। ਪਰ ਜੇ ਤੁਸੀਂ ਕਿਸੇ ਤਲਵਾਰ ਹਾਲੇ ਗੁੱਲੇ ਜਾਂ ਕਿਸੇ ਆਪਣੀ ਅਣਗਹਿਲੀ ਦੇ ਕਿਸੇ ਹਰਬੇ ਨਾਲ ਕੌਮ ਨੂੰ ਦਬਾ ਕੇ ਰੱਖਣ ਦੀ ਤੇ ਇਹ ਜੇ ਕਿਸੇ ਡਰਾਮੇ ਨਾਲ ਕੌਮ ਨੂੰ ਦਬਾਓਗੇ ਤਾਂ ਉਹਦਾ ਨਤੀਜਾ ਗਲਤ ਨਿਕਲੇਗਾ, ਔਰ ਉਹ ਲੋਕ ਸਫਲ ਹੋਣਗੇ ਜਿਹੜੇ ਕੌਮ ਨੂੰ ਟਕਰਾ ਕੇ ਪਾਣੀ ਮਾਰੀ ਖੇਤੀ ਵਾਂਗੂ ਖਤਮ ਕਰਨਾ ਚਾਹੁੰਦੇ ਨੇ। ਕਿਉਂਕਿ ਸਾਰੇ ਸਾਡੇ ਜਿਹੜਾ ਵੀ ਕੋਈ ਸਿੰਘ ਖਪਾਉਂਦਾ ਉਹ ਸਾਡੇ ਸਾਰੇ ਸਿੱਖ ਆਪਣੇ ਵੀਰ ਭੈਣਾਂ ਹਨ। ਸੋ ਅੱਜ ਲੋੜ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁਦ ਪੜ੍ਹੀਏ, ਖੁਦ ਪੜ੍ਹ ਕੇ ਵਿਚਾਰੀਏ ਤੇ ਫਿਰ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਲਿਆਈਏ, ਤਾਂ ਕਿ ਜਿਹੜੇ ਗੁਣ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਮੂਲ ਮੰਤਰ ਦੇ ਵਿੱਚ ਦੱਸੇ ਹਨ, ਉਹ ਗੁਣ ਜੇ ਸਾਡੇ ਵਿੱਚ ਹੋਣਗੇ, ਸਾਡੇ ਜੀਵਨ ਦੇ ਵਿੱਚ ਹੋਣਗੇ, ਫਿਰ ਹੀ ਅਸੀਂ
ਉਸ ਗੁਰੂ ਦੇ ਸਿੱਖ ਅਖਵਾਉਣ ਦੇ ਲਾਇਕ ਹੋਵਾਂਗੇ। ਨਹੀਂ ਤਾਂ ਅਸੀਂ ਸਿਰਫ ਉਂਝ ਹੀ ਰੌਲਾ ਰੱਪਾ ਪਾ ਕੇ ਖੱਜਲ ਖੁਆਰ, ਜਿਸ ਤਰ੍ਹਾਂ ਅੱਜ ਸਾਡੀ ਕੌਮ ਹੋ ਰਹੀ ਹੈ, ਇੰਝ ਹੀ ਅਸੀਂ ਹੁੰਦੇ ਰਵਾਂਗੇ। ਇੱਕ ਲਫ਼ਜ਼ ਜ਼ਰੂਰ ਮੈਂ ਕਿਹਾ ਤੁਹਾਡੇ ਹੁਣੇ ਨਿਕਲੇ ਨੇ ਵੀ ਜਿਹੜਾ ਵੀ ਸਿੰਘ ਅਖਵਾਉਂਦਾ, ਅਖਵਾਉਣ ਨਾਲ ਗੱਲ ਨਹੀਂ ਬਣਦੀ, ਫਿਰ ਅਖੌਤੀ ਬਣਦਾ। ਗੁਰੂ ਦਾ ਸਿੱਖ ਬਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਕਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ। ਮੈਂ ਤਾਂ ਇਸੇ ਲਈ ਇੱਕੋ ਸ਼ਰਤ ਰੱਖੀ ਹੋਈ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ, ਮੈਂ ਉਹਨੂੰ ਸਿੱਖ ਨਹੀਂ ਮੰਨਦਾ, ਕਿਉਂਕਿ ਸਤਿਗੁਰੂ ਨੇ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਗੁਰੂ ਨਹੀਂ ਮੰਨਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਕਿਸੇ ਹੋਰ ਨੂੰ ਵੀ ਗੁਰੂ ਮੰਨਦਾ, ਉਹ ਸਿੱਖ ਨਹੀਂ ਅਖਵਾ ਸਕਦਾ। ਅਖੌਤੀ ਤਾਂ ਹੋ ਸਕਦਾ ਹੈ, ਪਰ ਹੋ ਨਹੀਂ ਸਕਦਾ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਕੋਲੋਂ ਖਿਮਾ ਮੰਗਣਾ। ਗੁਰੂ ਬਖਸ਼ਿਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।